ਅੱਜ ਅਸੀਂ ਗੱਲ ਕਰਾਂਗੇ ਸਵੱਛ ਭਾਰਤ ਅਭਿਆਨ ਦੀ, ਜਿਹੜਾ ਕਿ 2 ਅਕਤੂਬਰ 2014 ਦੇ ਵਿੱਚ ਜਿਹਦੀ ਸ਼ੁਰੂਆਤ ਕੀਤੀ ਗਈ ਸੀ ਤੇ ਕਰੋੜਾਂ ਰੁਪਏ ਦਾ ਬਜਟ ਜਿਹੜਾ ਇਸ ਯੋਜਨਾ ਨੂੰ ਕਾਮਯਾਬ ਬਣਾਉਣ ਵਾਸਤੇ ਖਰਚ ਕੀਤਾ ਗਿਆ। ਪਰ ਜਦੋਂ ਅਸੀਂ ਜ਼ਮੀਨ ਤੇ ਹਕੀਕਤ ਦੇਖਦੇ ਹਾਂ ਤੇ ਉਹ ਜਿਹੜੀ ਲਾਗਤ ਲਾਈ ਹੋਈ ਆ ਉਹਦਾ ਕੋਈ ਸਾਨੂੰ ਫਾਇਦਾ ਹੁੰਦਾ ਜਾਂ ਲੋਕਾਂ ਨੂੰ ਉਹਦਾ ਕੋਈ ਲਾਭ ਹੁੰਦਾ ਨਜ਼ਰ ਨਹੀਂ ਆਉਂਦਾ। ਸੋ ਅੱਜ ਅਸੀਂ ਗੱਲ ਕਰਾਂਗੇ ਦਸੂਹਾ ਸ਼ਹਿਰ ਦੀ, ਕਿੰਨੀ ਕੁ ਸੱਚਾਈ ਹੈ ਇਹਨਾਂ ਦਾਅਵਿਆਂ ਦੀ। ਸੋ ਇਸ ਮੌਕੇ ਸਾਡੇ ਨਾਲ ਜਿਹੜੇ ਨਗਰ ਕੌਂਸਲ ਦਸੂਹਾ ਦੇ ਕਾਰਜ ਸਾਧਕ ਅਫਸਰ ਮਦਨ ਸਿੰਘ ਜੀ ਉਹ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਦੀ ਜ਼ਮੀਨੀ ਹਕੀਕਤ। ਨਮਸਕਾਰ, ਤੁਸੀਂ ਦੇਖ ਰਹੇ ਹੋ ਸੁੱਚੀ ਗੱਲ ਵੈਬ ਟੀਵੀ ਤੇ ਮੈਂ ਗੁਰਪ੍ਰੀਤ ਜਲੋਟਾ। ਸੋ ਦੋਸਤੋ, ਵੱਖ-ਵੱਖ ਸਮੇਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ, ਰਾਜ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਵਾਸਤੇ ਵੱਖ-ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਦੀ ਲਾਗਤ ਆਉਂਦੀ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਸਵੱਛ ਭਾਰਤ ਅਭਿਆਨ ਦੀ, ਜਿਹੜਾ ਕਿ 2 ਅਕਤੂਬਰ 2014 ਦੇ ਵਿੱਚ ਜਿਹਦੀ ਸ਼ੁਰੂਆਤ ਕੀਤੀ ਗਈ ਸੀ ਤੇ ਕਰੋੜਾਂ ਰੁਪਏ ਦਾ ਬਜਟ ਜਿਹੜਾ ਇਸ ਜਿਹੜਾ ਕਿ ਯੋਜਨਾ ਨੂੰ ਕਾਮਯਾਬ ਬਣਾਉਣ ਵਾਸਤੇ ਖਰਚ ਕੀਤਾ ਗਿਆ। ਪਰ ਜਦੋਂ ਅਸੀਂ ਜ਼ਮੀਨ ਤੇ ਹਕੀਕਤ ਦੇਖਦੇ ਹਾਂ ਵੱਖ-ਵੱਖ ਸ਼ਹਿਰਾਂ ਦੀ, ਵੱਖ-ਵੱਖ ਸਟੇਟਸ ਦੀ, ਤੇ ਉਹ ਜਿਹੜੀ ਲਾਗਤ ਲਾਈ ਹੋਈ ਆ ਉਹਦਾ ਕੋਈ ਸਾਨੂੰ ਫਾਇਦਾ ਹੁੰਦਾ ਜਾਂ ਲੋਕਾਂ ਨੂੰ ਉਹਦਾ ਕੋਈ ਲਾਭ ਹੁੰਦਾ ਨਜ਼ਰ ਨਹੀਂ ਆਉਂਦਾ। ਸੋ ਅੱਜ ਅਸੀਂ ਗੱਲ ਕਰਾਂਗੇ ਦਸੂਹਾ ਸ਼ਹਿਰ ਦੀ, ਜਿੱਥੇ ਕਿ ਨਗਰ ਕੌਂਸਲ ਦਸੂਹਾ ਵੱਲੋਂ ਕੁਝ ਐਸੇ ਕਾਰਜ ਕੀਤੇ ਗਏ ਨੇ ਜਿਹਦਾ ਕਿ ਜ਼ਿਕਰ ਜਿੰਨੇ ਵੀ ਸਵੱਛ ਭਾਰਤ ਦੇ ਨਾਲ ਸੰਬੰਧਿਤ ਸੈਮੀਨਾਰ ਹੁੰਦੇ ਨੇ ਉੱਥੇ ਇਹਨਾਂ ਨੂੰ ਉਦਾਹਰਨ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਸੋ ਜਾਣਾਂਗੇ ਹਕੀਕਤ ਕਿ ਗਰਾਊਂਡ ਦੇ ਉੱਤੇ ਇਹ ਸਭ ਦੀ ਇੰਪਲੀਮੈਂਟ ਕਿਸ ਤਰੀਕੇ ਨਾਲ ਕੀਤੀ ਗਈ ਹੈ, ਕਿੰਨੀ ਕੁ ਸੱਚਾਈ ਹੈ ਇਹਨਾਂ ਦਾਅਵਿਆਂ ਦੀ। ਸੋ ਇਸ ਮੌਕੇ ਸਾਡੇ ਨਾਲ ਜਿਹੜੇ ਨਗਰ ਕੌਂਸਲ ਦਸੂਹਾ ਦੇ ਕਾਰਜ ਸਾਧਕ ਅਫਸਰ ਮਦਨ ਸਿੰਘ ਜੀ ਉਹ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਦੀ ਜ਼ਮੀਨੀ ਹਕੀਕਤ ਕਿ ਕਿਸ ਤਰੀਕੇ ਦੇ ਨਾਲ ਕੀ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸੁੱਚੀ ਗੱਲ ਵੈਬ ਟੀਵੀ ਤੇ ਧੰਨਵਾਦ ਹੈ ਕਿ ਤੁਸੀਂ ਆਪਣਾ ਸਾਨੂੰ ਟਾਈਮ ਦਿੱਤਾ ਵੀ ਇਸ ਜਿਹੜਾ ਤੁਹਾਡੇ ਵੱਲੋਂ ਕਾਰਜ ਕੀਤਾ ਗਿਆ ਦੀ ਪੜਚੋਲ ਕਰਨ ਦਾ ਸਾਨੂੰ ਸਹਿਯੋਗ ਦਿੱਤਾ। ਸਭ ਤੋਂ ਪਹਿਲਾਂ ਮੈਂ ਵੀ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵੈਲਕਮ ਕਰਦਾ ਕਿ ਤੁਸੀਂ ਅੱਜ ਸੰਡੇ ਵਾਲੇ ਦਿਨ ਕਹਿ ਲਓ ਵੀ ਛਾਪਾ ਹੀ ਮਾਰਿਆ। ਬਿਲਕੁਲ, ਔਰ ਵਧੀਆ ਕੀਤਾ ਤੁਸੀਂ, ਕਿਉਂਕਿ ਕੋਈ ਵੀ ਕੰਮ ਜਦੋਂ ਪਲਾਨਡ ਕਰਦੇ ਆ ਤੇ ਉਦੋਂ ਪਤਾ ਬੰਦਾ ਉਹ ਇੰਤਜ਼ਾਮ ਕਰ ਲੈਂਦਾ ਜਾਂ ਆਪਣੇ ਜਿਹੜੀਆਂ ਮਾੜੀਆਂ ਚੀਜ਼ਾਂ ਨੂੰ ਲੁਕੋ ਲੈਂਦਾ ਪਰ ਚੰਗੀਆਂ ਚੀਜ਼ਾਂ ਨੂੰ ਉਜਾਗਰ ਕਰ ਲੈਂਦਾ। ਪਰ ਉਹ ਤੁਸੀਂ ਬਿਲਕੁਲ ਪ੍ਰੈਕਟੀਕਲ ਤੌਰ ਤੇ ਇੱਕਦਮ ਆਏ ਆ। ਜਿੱਥੇ ਤੱਕ ਤੁਸੀਂ ਸਵੱਛ ਭਾਰਤ ਮਿਸ਼ਨ ਦੀ ਗੱਲ ਕੀਤੀ ਹੈ, ਬਿਲਕੁਲ ਸਹੀ ਗੱਲ ਹੈ। 2014 'ਚ ਸਵੱਛ ਭਾਰਤ ਮਿਸ਼ਨ ਸ਼ੁਰੂ ਹੋਇਆ ਸੀ। ਅੱਜ ਦੀ ਗੱਲ ਕਰੀਏ ਤਾਂ ਕੋਈ 6-7 ਸਾਲ ਸਾਨੂੰ ਹੋ ਗਏ ਆ। ਔਰ ਜਦੋਂ ਇਹ ਸਵੱਛ ਭਾਰਤ ਮਿਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੇ ਲੋਕਾਂ ਦੇ ਦਿਮਾਗ 'ਚ ਸ਼ਾਇਦ ਇਹ ਕਨਸੈਪਟ ਨਹੀਂ ਸੀ। ਕਾਰਨ ਕੀ ਸੀ ਕਿ ਅਸੀਂ ਸੁਣਿਆ ਨਹੀਂ ਸੀ ਕਦੀ ਵੀ ਸਵੱਛ ਭਾਰਤ ਮਿਸ਼ਨ ਦੇ ਵਿੱਚ ਮਤਲਬ ਸਫਾਈ ਦਾ ਕੰਮ ਵੀ ਕੋਈ ਮਿਸ਼ਨ ਹੋ ਸਕਦਾ ਹੈ। ਕਿਉਂਕਿ ਮਿਸ਼ਨ ਤਾਂ ਲੋਕੀ ਸਮਝਦੇ ਆ ਕਿ ਵੱਡੇ ਵੱਡੇ ਪੁਲ ਬਣਾਉਣੇ, ਟਰਾਂਸਪੋਰਟ ਨਵੀਂ ਚਲਾਉਣੀ, ਕੋਈ ਨਵੀਂ ਰਿਸਰਚ ਕਰਨੀ ਜਾਂ ਦੇਸ਼ ਨੂੰ ਬੜੇ ਵੱਡੇ ਲੈਵਲ 'ਤੇ ਲੈ ਕੇ ਜਾਣਾ, ਕੁਛ ਨਾ ਕੁਛ ਕਰਨਾ, ਅਸੀਂ ਇਹਨੂੰ ਡਿਵੈਲਪਮੈਂਟ ਮੰਨਦੇ ਹਾਂ। ਪਰ ਮੇਰੇ ਹਿਸਾਬ ਨਾਲ ਜੇ ਸਾਡਾ ਡਿਪਾਰਟਮੈਂਟ ਹੈ, ਜੋ ਮੇਰੇ ਸੋਚ ਹੈ ਵੀ ਅੱਜ ਦੇ ਟਾਈਮ ਦੇ ਵਿੱਚ ਯੂਨੀਵਰਸ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਇੱਕ ਸਭ ਤੋਂ ਵੱਡਾ ਕਾਰਨ ਹੈ ਉਹ ਹੈ ਕੂੜਾ। ਲੋਕ ਸਾਫ਼ ਸੁਥਰੇ ਹੋ ਗਏ ਆ, ਲੋਕੀ ਜ਼ਿਆਦਾ ਵਿਕਸਿਤ ਹੋ ਗਏ ਆ, ਲੋਕਾਂ ਦੀ ਸੋਚ ਬੜੀ ਵੱਡੀ ਹੋ ਗਈ ਹੈ। ਪਰ ਜਿੰਨੀ ਲੋਕਾਂ ਦੀ ਸੋਚ ਵੱਡੀ ਹੋ ਗਈ ਹੈ ਉਨਾ ਹੀ ਜ਼ਿਆਦਾ ਕੂੜਾ ਜਿਹੜਾ ਉਹ ਵੇਸਟੇਜ ਜਿਹੜੀ ਹੈ ਉਹ ਜ਼ਿਆਦਾ ਜਨਰੇਟ ਕਰ ਰਹੇ ਆਪਾਂ। ਸੋ ਇਸੇ ਚੀਜ਼ ਨੂੰ ਬਿਲਕੁਲ ਬੈਲੈਂਸ ਕਰਨ ਲਈ, ਜਿਸ ਤਰ੍ਹਾਂ ਪਿੱਛੇ ਕੋਵਿਡ-19 ਚੱਲਿਆ ਅਤੇ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਹੋਈਆਂ, ਲੋਕਾਂ ਨੂੰ ਪਰੇਸ਼ਾਨੀ ਆਈ ਹੈ। ਪਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਜਿਹੜੀ ਮੇਨ ਗੱਲ ਜੋ ਮੇਰੇ ਨੂੰ ਸੁਨੇਹਾ ਮਿਲਦਾ ਜਾਂ ਮੈਂ ਗੱਲ ਸਮਝਦਾ ਵੀ ਕੋਵਿਡ-19 ਦਾ ਪਰਮਾਤਮਾ ਨੇ ਬੈਲੈਂਸ ਕੀਤਾ। ਸਾਡੇ ਹਵਾ ਪਾਣੀ ਨੂੰ, ਸਾਡੇ ਹਰ ਚੀਜ਼ ਨੂੰ ਬੈਲੈਂਸ ਕਰਤਾ। ਸਾਡੀ ਹਵਾ ਸ਼ੁੱਧ ਕਰਤੀ ਹੈ, ਪਾਣੀ ਸ਼ੁੱਧ ਕਰ ਦਿੱਤਾ, ਜਿਹੜੇ ਅਸੀਂ ਕਰੋੜਾਂ ਰੁਪਏ ਦੇ, ਅਰਬਾਂ ਰੁਪਏ ਦੇ ਬਜਟ ਲਾ ਕੇ ਅੱਜ ਤੱਕ ਨਹੀਂ ਕਰ ਸਕੇ। ਸੋ ਇੱਥੋਂ ਵੀ ਸਾਨੂੰ ਸੁਨੇਹਾ ਮਿਲਦਾ ਹੈ ਕਿ ਕਿੰਨੀ ਜ਼ਰੂਰਤ, ਜੇ ਪਰਮਾਤਮਾ ਨੂੰ ਜ਼ਰੂਰਤ ਲੱਗੀ ਹੈ ਕਿ ਸਾਨੂੰ ਸਾਡਾ ਹਰ ਚੀਜ਼ ਨੂੰ ਬੈਲੈਂਸ ਕਰਨਾ ਹੈ, ਸ੍ਰਿਸ਼ਟੀ ਨੂੰ ਵਧੀਆ ਚਲਾਉਣ ਲਈ ਅੱਗੇ, ਤਾਂ ਕੀ ਅਸੀਂ ਇਹ ਕੰਮ ਨਹੀਂ ਕਰ ਸਕਦੇ? ਸੋ ਇਸੇ ਲੜੀ ਦੇ ਤਹਿਤ ਇਹ ਸਵੱਛ ਭਾਰਤ ਮਿਸ਼ਨ ਸ਼ੁਰੂ ਹੋਇਆ। ਔਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਨਗਰ ਕੌਂਸਲ ਦਸੂਹਾ ਵੱਲੋਂ ਆਪਣੇ ਵੱਲੋਂ ਬੜੇ ਉਪਰਾਲੇ ਕੀਤੇ ਗਏ ਆ। ਪਰ ਇਹਨਾਂ ਉਪਰਾਲਿਆਂ ਦੇ ਨਾਲ ਸਾਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ, ਕਿਉਂਕਿ ਨਗਰ ਕੌਂਸਲ ਕੋਈ ਚੀਜ਼ ਤਿਆਰ ਕਰ ਦਿੰਦੀ ਹੈ ਪਰ ਲੋਕਾਂ ਤੱਕ ਉਹਦੀ ਜਾਣਕਾਰੀ ਨਾ ਪਹੁੰਚੇ ਤੇ ਉਹਨਾਂ ਨੂੰ ਫਾਇਦਾ ਨਾ ਮਿਲੇ ਤੇ ਉਸ ਚੀਜ਼ ਤਿਆਰ ਕਰਨ ਦਾ ਕੋਈ ਫਾਇਦਾ ਨਹੀਂ ਹੈ, ਰਿਜ਼ਲਟ ਨਹੀਂ ਆਉਂਦੇ। ਸੋ
ਇਹ ਬਹੁਤ ਵੱਡਾ ਕਮਿਸ਼ਨ ਹੈ, ਤੁਸੀਂ ਦੇਖ ਰਹੇ ਹੋ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਇਹ ਜਿਹੜੀ ਇੰਟਰਵਿਊ ਸੈਸ਼ਨ ਆ ਇਹ ਅਸੀਂ ਦਫ਼ਤਰ ਦੇ ਵਿੱਚ ਕਰਨਾ ਚਾਹੁੰਦੇ ਸੀ। ਜਦੋਂ ਪਰ ਈਓ ਸਰ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਸਾਨੂੰ ਸਪੈਸ਼ਲੀ ਤੌਰ ਤੇ ਇੱਥੇ ਇਨਵਾਈਟ ਕੀਤਾ ਕਿ ਹੋ ਸਕਦਾ ਅਸੀਂ ਦਫ਼ਤਰ ਵਿੱਚ ਬੈਠ ਕੇ ਕਈ ਗੱਲਾਂ ਕਰ ਲਈਏ, ਪਰ ਜਿਹੜੀ ਜ਼ਮੀਨੀ ਹਕੀਕਤ ਆ ਤੁਸੀਂ ਸਾਡੇ ਨਾਲ ਆਓ, ਅਸੀਂ ਤੁਹਾਨੂੰ ਦਿਖਾਉਂਦੇ ਆ ਵੀ ਕਿਹੜੇ ਕਿਹੜੇ ਕਾਰਜ ਜਿਹੜੇ ਕੀਤੇ ਗਏ ਆ। ਸੋ ਆਓ ਤੁਹਾਨੂੰ ਲੈ ਕੇ ਚੱਲਦੇ ਆ, ਨਾਲ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ ਕਿਹੜੇ ਜਿਹੜੇ ਕਾਰਜ ਆ ਉਹ ਕਿਸ ਤਰੀਕੇ ਦੇ ਨਾਲ ਕੀਤੇ ਜਾ ਰਹੇ। ਸਰ, ਇਹ ਆਪਾਂ ਦੇਖ ਰਹੇ ਹਾਂ ਇੱਥੇ ਤੁਸੀਂ ਪਿਟਸ ਬਣਾਈਆਂ ਹੋਈਆਂ, ਇਹਨਾਂ ਦਾ ਕੀ ਕੰਮ ਹੈ ਤੇ ਇਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਇੰਪਲੀਮੈਂਟ ਕਰ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਅਗਰ ਜੇ ਅਸੀਂ ਸਫਾਈ ਕਰਨਾ ਚਾਹੁੰਦੇ ਹਾਂ ਤੇ ਸਾਡੇ ਕੋਲ ਸਫਾਈ ਦੇ ਵਿੱਚ ਇੱਕ ਚੀਜ਼ ਆਉਂਦੀ ਹੈ, ਕੂੜਾ। ਤੇ ਕੂੜੇ ਨੂੰ ਅਸੀਂ ਸਭ ਤੋਂ ਗੰਦਾ ਸਮਝਦੇ ਹਾਂ। ਅਸੀਂ ਘਰ ਸਾਫ਼ ਸਫਾਈ ਕਰਦੇ ਹਾਂ। ਮੈਂ ਕਈ ਵਾਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਾਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਕਿ ਕੂੜਾ ਜਿਹੜਾ ਸਾਡੀ ਰਸੋਈ ਤੋਂ ਸ਼ੁਰੂ ਹੋ ਜਾਂਦਾ, ਸਾਡੇ ਬੈੱਡਰੂਮ ਤੋਂ ਸ਼ੁਰੂ ਹੋ ਜਾਂਦਾ, ਕੋਈ ਟੁੱਟ ਭੱਜ ਆਉਂਦੀ ਹੈ, ਛਿਲਕੇ ਆਉਂਦੇ ਆ, ਤੇ ਕੂੜਾ ਅਸੀਂ ਸਾਰਾ ਸਾਫ਼ ਕਰਕੇ ਅਸੀਂ ਆਪਣੇ ਵਿਹੜੇ 'ਚ ਲੈ ਆਉਂਦੇ ਹਾਂ ਜਾਂ ਆਪਣੀ ਚਾਰ ਦੀਵਾਰੀ ਦੇ ਅੰਦਰ ਰੱਖ ਲੈਂਦੇ ਹਾਂ। ਤੇ ਫਿਰ ਆਪਾਂ ਉਡੀਕ ਕਰਦੇ ਹਾਂ ਵੀ ਸਾਡਾ ਕੋਈ ਕਰਮਚਾਰੀ ਜਾਂ ਨਗਰ ਕੌਂਸਲ ਦਾ ਕੋਈ ਕਰਮਚਾਰੀ ਆਏਗਾ ਤੇ ਉਹ ਕੂੜਾ ਲੈ ਕੇ ਜਾਏਗਾ, ਜਾਂ ਅਸੀਂ ਆਪਣਾ ਕੋਈ ਅਰੇਂਜਮੈਂਟ ਕੀਤਾ ਹੁੰਦਾ ਸੀ ਕਿਸੇ ਨੂੰ ਕੂੜਾ ਦੇ ਦਿੰਦੇ ਹਾਂ ਤੇ ਪ੍ਰਾਈਵੇਟ ਤੌਰ ਤੇ ਉਹਨੂੰ ਲੈ ਜਾਂਦੇ। ਪਰ ਅਲਟੀਮੇਟਲੀ ਜਿਹੜਾ ਅਸੀਂ ਕੂੜਾ ਜਨਰੇਟ ਕੀਤਾ ਇੱਕ ਇਨਸਾਨ ਨੇ, ਉਹ ਗਿਆ ਕਿੱਥੇ? ਸ਼ਾਇਦ ਇਹ ਉਹ ਛਿਲਕੇ ਸੰਤਰੇ ਖਾਣ ਵਾਲਾ ਬੰਦਾ ਨਹੀਂ ਸੋਚ ਰਿਹਾ, ਸ਼ਾਇਦ ਉਹ ਜਿਹੜਾ ਬੱਚਾ ਕਾਪੀ ਫਾੜ ਰਿਹਾ ਉਹ ਨਹੀਂ ਸੋਚ ਰਿਹਾ, ਸ਼ਾਇਦ ਪੜ੍ਹਿਆ ਲਿਖਿਆ ਇਨਸਾਨ ਜੇਕਰ ਉਹ ਖਾ ਪੀ ਕੇ ਸੁੱਟ ਰਿਹਾ ਸ਼ਾਇਦ ਉਹ ਨਹੀਂ ਸੋਚ ਰਿਹਾ। ਪਰ ਇਹ ਸੋਚਣਾ ਸਾਨੂੰ ਪੈਂਦਾ ਵੀ ਇਹ ਕੂੜਾ ਹੁਣ ਲੈ ਕੇ ਕਿੱਥੇ ਜਾਈਏ, ਕਿਉਂਕਿ ਕੂੜੇ ਦਾ ਇਦਾਂ ਦਾ ਕੋਈ ਸਮਾਧਾਨ ਨਹੀਂ ਹੈ ਵੀ ਨਗਰ ਕੌਂਸਲ ਨੇ ਕੋਈ, ਪਹਿਲਾਂ ਵੀ ਮੈਂ ਗੱਲ ਕੀਤੀ ਹੈ, ਕਈ ਲੋਕ ਹੱਸ ਪੈਂਦੇ ਇਸ ਗੱਲ 'ਤੇ ਵੀ ਤੁਸੀਂ ਕੂੜਾ ਜਨਰੇਟ ਕੀਤਾ, ਵਿਹੜੇ ਦੇ ਵਿੱਚ ਲੈ ਕੇ ਅੰਦਰ ਰਸੋਈ 'ਚੋਂ ਕੱਢਿਆ, ਬਾਥਰੂਮ ਆਪਣੇ ਬਾਥਰੂਮ 'ਚੋਂ ਕੱਢਿਆ, ਬੈੱਡਰੂਮ 'ਚੋਂ ਕੱਢਿਆ ਤੇ ਤੁਹਾਡੀ ਟੋਕਰੀ 'ਚ ਆ ਗਿਆ, ਔਰ ਉਹ ਗੰਦੀ ਟੋਕਰੀ ਦੇ ਵਿੱਚੋਂ ਸਾਡੇ ਕੋਲ ਆ ਗਿਆ ਤੇ ਅਸੀਂ ਅੱਗੇ ਬੰਦੇ ਰੱਖੇ, ਉਹਨਾਂ ਨੇ ਕੂੜਾ ਖਾ ਲਿਆ ਤੇ ਗੱਲ ਖਤਮ ਹੋ ਗਈ। ਇਦਾਂ ਦੀ ਗੱਲ ਨਹੀਂ ਹੈਗੀ। ਕੂੜੇ ਨੂੰ ਤੁਹਾਡਾ 1 ਪਾਈਆ ਜਾਂ ਕਿਲੋ ਦਾ ਕੂੜਾ ਜਿਹੜਾ ਪ੍ਰਤੀ ਘਰ ਸਾਡੇ ਕੋਲ ਟਨਾਂ ਦੇ ਟਨ ਇਕੱਠਾ ਹੁੰਦਾ ਹੈ। ਸੋ ਉਸ ਕੂੜੇ ਨੂੰ ਅਸੀਂ ਮੈਨੇਜ ਕਰਨ ਲਈ ਇਹ ਪਿਟਸ ਬਣਾਏ ਆ। ਜਿਹੜੀ ਮੈਂ ਗੱਲ ਤੁਹਾਨੂੰ ਕਹਿਣੀ ਚਾਹੁੰਦਾ, ਇਹ ਦੇਖੋ ਜਿੱਦਾਂ ਤੁਸੀਂ ਦੇਖ ਰਹੇ ਆ, ਇਹ ਸਾਰਾ ਉਹ ਕੂੜਾ ਜਿਹੜਾ ਗਲਣਯੋਗ ਹੈ। ਇਹ ਪਿਟਸ ਕਿਉਂ ਬਣਾਏ ਗਏ ਆ ਵੀ ਅਸੀਂ ਸਾਰੇ ਲੋਕਾਂ ਨੂੰ, ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦਾ ਵੀ ਕਿਰਪਾ ਕਰਕੇ ਸਾਨੂੰ ਕੂੜਾ ਜਿਹੜਾ ਆ ਉਹ 2 ਹਿੱਸਿਆਂ 'ਚ ਵੰਡ ਕੇ ਦਿਓ। ਇੱਕ 'ਚ ਗਿੱਲਾ, ਗਿੱਲੇ ਤੋਂ ਮਤਲਬ ਵੀ ਜਿਹੜਾ ਗਲ ਜਾਂਦਾ, ਗਲਣ ਵਾਲਾ ਕਿਹੜਾ? ਸਬਜ਼ੀਆਂ ਦੇ ਛਿਲਕੇ, ਜਿਹੜਾ ਤੁਹਾਡੇ ਰਸੋਈ 'ਚੋਂ ਨਿਕਲਦਾ। ਸੁੱਕਾ ਕੂੜਾ ਕਿਹੜਾ? ਜਿਹੜਾ ਨਹੀਂ ਗਲਦਾ, ਜਿਵੇਂ ਕਿ ਤੁਹਾਡਾ ਕੱਚ ਨਹੀਂ ਗਲ ਸਕਦਾ, ਪਲਾਸਟਿਕ ਨਹੀਂ ਗਲਦੀ, ਲਿਫਾਫੇ ਨਹੀਂ ਗਲਦੇ, ਹੋਰ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਗਲਦੀਆਂ, ਉਹ ਅਸੀਂ ਅਲੱਗ ਦੇ ਦਈਏ। ਪਰ ਇਹ ਜਿਹੜੇ ਪਿਟਸ ਬਣਾਏ ਆ, ਇਹ ਪਿਟਸ ਬਣਾਏ ਆ ਉਹ ਕਿਉਂ ਬਣਾਏ ਆ ਵੀ ਇਹਦੇ ਵਿੱਚ ਗਲਣ ਵਾਲਾ ਕੂੜਾ ਅਸੀਂ ਜੇਕਰ ਸਾਨੂੰ ਲੋਕ ਦਿੰਦੇ ਆ, ਅਲੱਗ-ਅਲੱਗ ਕਰਕੇ ਘਰਾਂ ਤੋਂ ਦਿੰਦੇ ਆ, ਤੇ ਅਸੀਂ ਉਹਨੂੰ ਸੈਪਰੇਟ ਤੌਰ ਤੇ ਆਪਣੇ ਵਹੀਕਲ 'ਚ ਲੈ ਕੇ ਆ ਕੇ ਇੱਥੇ ਪਾ ਦਿੰਦੇ ਆ ਪਿਟਸ ਦੇ ਵਿੱਚ। ਇਹ ਪਿਟਸ ਦੀ ਕੀ ਪ੍ਰੋਸੈਸਿੰਗ ਹੈ ਕਿ 90 ਦਿਨ ਬਾਅਦ ਅਸੀਂ ਇਹਨੂੰ ਪਾਉਂਦੇ ਆ, ਔਰ ਕੂੜਾ ਅਸੀਂ ਇੱਕ ਪਿਟ ਨੂੰ, ਜਿੱਦਾਂ ਤੁਸੀਂ ਦੇਖ ਰਹੇ ਸਾਰੇ ਪਿਟ, ਅਸੀਂ ਇੱਕ ਪਿਟ ਤੋਂ ਚੱਲਦੇ ਆ ਤੇ ਉਹ ਪਿਟ ਭਰਨਾ ਸ਼ੁਰੂ ਕਰ ਦਿੰਦੇ ਆ ਤੇ ਉਹਨੂੰ ਆਪਣੇ ਹਿਸਾਬ ਨਾਲ ਰੋਜ਼ ਹਿਲਾਈਦਾ। ਉਹ 'ਚ ਕੋਈ ਗੋਬਰ ਪਾਣਾ, ਕੋਈ ਵੀ ਕੈਮੀਕਲ ਨਹੀਂ ਯੂਜ਼ ਕਰਦੇ ਅਸੀਂ। ਉਹ ਹੌਲੀ ਹੌਲੀ ਕੀ ਹੁੰਦਾ ਕਿ ਪ੍ਰੋਸੈਸਿੰਗ ਹੋ ਕੇ ਥੋੜ੍ਹੀ ਦੇਰ ਬਾਅਦ ਜਿਹੜਾ ਗਲਣ ਜੋ ਕੂੜਾ ਇਹ ਗਲ ਕੇ ਖਾਦ ਦਾ ਰੂਪ ਧਾਰਨ ਕਰ ਲੈਂਦਾ ਤੇ ਉਸ ਖਾਦ ਨੂੰ ਫਿਰ ਅਸੀਂ ਛਾਣ ਕੇ ਅਸੀਂ ਯੂਜ਼ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਹੈ ਵੀ ਰਿਜ਼ਲਟ ਜਿਹੜਾ ਖਾਦ ਨਿਕਲੀ ਉਹਨੇ ਟਨਾਂ ਦੇ ਟਨ ਕੂੜੇ ਨੂੰ ਖਾਦ 'ਚ ਕਨਵਰਟ ਕਰਤਾ, ਜਿਹੜਾ ਕਿ ਅਸੀਂ ਪਹਿਲਾਂ ਕਿਤੇ ਨਾ ਕਿਤੇ ਸੁੱਟ ਕੇ ਆਉਣਾ ਸੀ ਔਰ ਅਸੀਂ ਮੁੜ ਕੇ ਕੰਪਲੇਂਟ ਕਰਨੀ ਸੀ ਵੀ ਨਗਰ ਕੌਂਸਲ ਜਾਂ ਕੋਈ ਵੀ ਅਦਾਰੇ ਦੀ ਵੀ ਯਾਰ ਇਹ ਕੂੜਾ ਨਹੀਂ ਚੱਕਦੇ, ਕੂੜਾ ਬਹੁਤ ਗੰਦਾ ਲੱਗਦਾ। ਹਰ ਬੰਦੇ ਨੂੰ ਗੰਦਗੀ ਗੰਦੀ ਲੱਗਦੀ ਹੈ। ਬੰਦਾ ਬੋਲਦਾ, ਉਹ ਅਖਬਾਰ 'ਚ ਜਾਂਦਾ ਹੈ, ਉਹ ਕੋਈ ਕੰਪਲੇਂਟ ਕਰਦਾ, ਕੋਈ ਕੁਛ ਨਾ ਕਿਸੇ ਨੇਚਰ 'ਚ ਉਹਦਾ ਰਿਜ਼ਲਟ ਆਉਂਦਾ। ਸੋ ਇਹ ਉਹ ਰਿਜ਼ਲਟ ਨੂੰ ਖਤਮ ਕਰਦਾ, ਗੰਦਗੀ ਨੂੰ ਖਤਮ ਕਰਦਾ। ਟਨਾਂ ਦੇ ਟਨ ਜਿਹੜਾ ਕੂੜਾ ਉਹਨੂੰ ਕਹਿ ਲਓ ਵੀ ਕਿਲੋਆਂ 'ਚ ਬਦਲ ਦਿੰਦਾ ਜੀ, ਕਿਲੋਆਂ 'ਚ ਕਹਿ ਲਓ, ਕੁਇੰਟਲਾਂ 'ਚ ਕਹਿ ਲਓ, ਬਦਲ ਦਿੰਦਾ। ਠੀਕ ਹੈ ਨਾ। ਸੋ ਇਹ ਬਹੁਤ ਖਾਦ ਸਾਨੂੰ ਇੱਕ ਵਧੀਆ ਖਾਦ ਮਿਲਦੀ ਹੈ, ਆਰਗੈਨਿਕ ਖਾਦ, ਜਿਹਦੇ 'ਚ ਕੋਈ ਕੈਮੀਕਲ ਨਹੀਂ ਪਾਇਆ, ਅਸੀਂ ਯੂਜ਼ ਕਰ ਸਕਦੇ ਹਾਂ ਇਹਨੂੰ, ਜਿਹੜਾ ਸਾਡੇ ਸਿਹਤ ਲਈ, ਸਾਡੇ ਸਰੀਰ ਲਈ, ਸਾਡੇ ਵਾਤਾਵਰਨ ਲਈ ਵੀ ਬਹੁਤ ਵਧੀਆ ਹੈ। ਸੋ ਇਹ ਤਾਂ ਸੀ ਜਿਹੜਾ ਗਿੱਲਾ ਕੂੜਾ ਆਪਾਂ ਯੂਜ਼ ਕਰ ਰਹੇ ਹਾਂ, ਜਿਹੜਾ ਇੱਥੇ ਆਪਾਂ ਉਹਨੂੰ ਖਾਦ ਦੇ ਰੂਪ ਦੇ ਵਿੱਚ ਕਨਵਰਟ ਕਰ ਰਹੇ ਹਾਂ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਸੁੱਕਾ ਕੂੜਾ, ਜਿਹਦੇ ਵਿੱਚ ਇਲੈਕਟ੍ਰੋਨਿਕ ਦਾ ਵੀ ਆ ਗਿਆ, ਜਿਹਦੇ ਵਿੱਚ ਆਪਣੇ ਅਖਬਾਰਾਂ ਆ ਗਈਆਂ, ਰੱਦੀ ਆ ਗਈ, ਪੋਲੀਥੀਨ ਆ ਗਈ, ਹੋਰ ਬਹੁਤ ਤਰ੍ਹਾਂ ਦਾ ਜਿਹੜੀ ਆਪਣੇ ਮੋਬਾਈਲਾਂ ਤੋਂ ਜਾਂ ਲੈਪਟਾਪ ਵਗੈਰਾ ਦੀ ਵੇਸਟੇਜ ਵਗੈਰਾ ਹੁੰਦੀ ਆ, ਉਹ ਵੇਸਟੇਜ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਉਹਨੂੰ ਕਰਦੇ ਹਾਂ ਯੂਜ਼? ਜਿਸ ਤਰ੍ਹਾਂ ਇਹ ਕੂੜੇ ਦੀ ਮੈਂ ਗੱਲ ਕੀਤੀ, ਇਹ ਕੂੜਾ ਤਾਂ ਗਲਣਯੋਗ ਹੈ, ਜਿਹੜਾ ਗਲ ਗਿਆ। ਮਤਲਬ ਜਿੱਦਾਂ ਬੰਦੇ ਦਾ ਸਰੀਰ ਕਹਿੰਦੇ 5 ਤੱਤ ਤੋਂ ਬਣਿਆ, ਹਵਾ 'ਚ ਹਵਾ ਹੋ ਜਾਂਦਾ, ਉਹਦੀ ਮੌਤ ਤੋਂ ਬਾਅਦ ਪਾਣੀ 'ਚ ਸਮਾ ਜਾਂਦਾ, ਉਹਦੇ 5 ਤੱਤ ਵਿਲੀਨ ਹੋ ਜਾਂਦੇ ਆ। ਇਹ ਕੂੜਾ ਸੇਮ ਜਿਹੜਾ ਗਲਣ ਵਾਲਾ ਕੂੜਾ ਇਹ ਤੇ ਖਤਮ ਹੋ ਗਿਆ, ਕਨਵਰਟ ਹੋ ਗਿਆ। ਸਗੋਂ ਅਸੀਂ
ਉਹਦੀ ਵੇਸਟ ਨੂੰ ਇੱਕ ਪ੍ਰੋਡਕਟ 'ਚ ਬਦਲ ਲਿਆ, ਜਿਹਨੂੰ ਅਸੀਂ ਖਾਦ ਕਹਿੰਦੇ ਆ, ਜਿਹੜੀ ਸਾਡੇ ਲਈ ਬੈਨੀਫੀਸ਼ੀਅਲ ਹੈ। ਹੁਣ ਤੁਹਾਡਾ ਸਵਾਲ ਹੈ ਕਿ ਜਿਹੜਾ ਕੂੜਾ ਨਹੀਂ ਗਲਦਾ, ਜਿਵੇਂ ਕਿ ਕੱਚ ਦੀ ਗੱਲ ਕਰ ਲਈਏ ਜਾਂ ਆਪਾਂ ਰਬੜ ਦੀ ਗੱਲ ਕਰ ਲਈਏ ਜਾਂ ਪਲਾਸਟਿਕ ਲਿਫਾਫਿਆਂ ਦੀ ਗੱਲ ਕਰ ਲਈਏ ਜਾਂ ਕੋਈ ਵੀ ਜਿਹੜਾ ਇਲੈਕਟ੍ਰੋਨਿਕ ਵੇਸਟ ਹੈ, ਇਹ ਤੁਸੀਂ ਦੇਖ ਸਕਦੇ ਆ ਇਹ ਸਾਡੀ ਇੱਕ ਇਸੇ ਫੰਡਸ ਤੋਂ MRF ਸ਼ੈੱਡ ਬਣੀ ਹੈ। ਇਹ ਤੁਹਾਡੇ ਸਾਹਮਣੇ ਹੈ। ਇਹ ਸ਼ੈੱਡ ਦਾ ਕੀ ਕੰਮ ਹੈ ਕਿ ਇਸ ਸ਼ੈੱਡ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ। ਦੇਖੋ ਮੈਂ ਤੁਹਾਨੂੰ ਦਿਖਾ ਦਿੰਦਾ, ਦੇਖਣ ਨਾਲ ਤੁਹਾਨੂੰ ਜ਼ਿਆਦਾ ਵਧੀਆ ਪਤਾ ਲੱਗ ਜਾਏਗਾ। ਇਹ ਸ਼ੈੱਡ ਹੈ, ਜਿਸ ਤਰ੍ਹਾਂ ਲਿਖਿਆ ਮਟੀਰੀਅਲ ਰਿਕਵਰੀ ਸ਼ੈੱਡ। ਇਹਦਾ ਮਤਲਬ ਆ ਵੀ ਜਿਹੜਾ ਵੀ ਮਟੀਰੀਅਲ ਖਤਮ ਨਹੀਂ ਹੁੰਦਾ ਅਸੀਂ ਉਹਨੂੰ ਰਿਕਵਰ ਕਰਦੇ ਹਾਂ, ਸਾਂਭ ਕੇ ਰੱਖਦੇ ਹਾਂ ਜੀ। ਸੰਭਾਲਣ ਦਾ ਕੀ ਮਤਲਬ ਆ? ਫਿਰ ਕੂੜਾ ਖਤਮ ਹੋ ਜਾਂਦਾ ਸੰਭਾਲਣਾ। ਕੁਐਸਚਨ ਅਗਲਾ ਵੀ ਕੀ ਕੂੜਾ ਖਤਮ ਹੋ ਜਾਂਦਾ ਸੰਭਾਲਣਾ? ਜਿਸ ਤਰ੍ਹਾਂ ਤੁਹਾਡੇ ਸਾਹਮਣੇ ਇੱਧਰ ਦੇਖੋ, ਇਹ ਲਿਫਾਫਾ ਹੈ, ਆਹ ਸਾਰਾ ਪਲਾਸਟਿਕ ਦਾ ਲਿਫਾਫਾ ਹੈ। ਇਹ ਮੈਕਸਿਮਮ ਕੈਰੀ ਬੈਗ ਤਾਂ ਬਣਦੀ ਹੈ ਆਪਾਂ ਗੱਲ ਕਰ ਲਈਏ, ਪਰ ਇਹ ਦੂਸਰਾ ਲਿਫਾਫਾ ਹੈ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਇਹ ਜਿਸ ਤਰ੍ਹਾਂ ਪੈਕਿੰਗ ਵਾਲੇ ਲਿਫਾਫੇ ਹੈ, ਇਹ ਲਿਫਾਫੇ ਅਸੀਂ ਇਕੱਠੇ ਕਰਦੇ ਹਾਂ ਤੇ ਇਸ ਤਰ੍ਹਾਂ ਦੀ ਇਹ 'ਚ ਹੋਰ ਪਲਾਸਟਿਕ ਵੀ ਇਕੱਠੀ ਕਰ ਲੈਂਦੇ ਆ ਜਿਹੜੀ ਸਾਨੂੰ ਲੱਗਦਾ ਵੀ ਗਲਣੀ ਨਹੀਂ ਹੈ ਜਾਂ ਲੋਕਾਂ ਨੇ ਯੂਜ਼ ਨਹੀਂ ਕੀਤੀ ਜਾਂ ਰੀਸਾਈਕਲੇਬਲ ਨਹੀਂ ਹੈਗੀ ਜੀ। ਲੋਕਾਂ ਨੇ ਹੋਵੇ ਵੀ ਤਾਂ ਉਹਨਾਂ ਨੇ ਕੀਤੀ ਨਹੀਂ। ਅਸੀਂ ਇਹਦੇ ਲਈ ਇੱਕ ਸਪੈਸ਼ਲ, ਹੁਣ ਇਹਨੂੰ ਕਿੱਦਾਂ ਖਤਮ ਕਰੀਏ? ਕਿਉਂਕਿ ਰਿਕਵਰੀ ਤਾਂ ਕਰ ਲਈ, ਪਰ ਇਹਨੂੰ ਲੈ ਕੇ ਕਿੱਥੇ ਜਾਈਏ? ਸਾਡੇ ਕੋਲ ਇੱਕ ਜਿਹੜੇ ਪੋਲੀਥੀਨ ਦੇ ਲਿਫਾਫੇ ਆ ਉਹਨਾਂ ਨੂੰ ਖਤਮ ਕਰਨ ਲਈ ਸਾਡੇ ਕੋਲ ਸ਼ਰੈਡਰ ਮਸ਼ੀਨ ਹੈ ਜੀ। ਇਹ ਜਦੋਂ ਵਰਕਿੰਗ 'ਚ ਉਹ ਹੈ ਤਾਂ ਆਪਰੇਸ਼ਨਲ, ਪਰ ਜਦੋਂ ਅਸੀਂ ਕੰਮ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ, ਉਸ ਵੇਲੇ ਆਪਰੇਸ਼ਨਲ ਵੀ ਤੁਸੀਂ ਇਹਨੂੰ ਜ਼ਰੂਰ ਦੇਖਣਾ ਜੀ। ਅਸੀਂ ਜਿਸ ਤਰ੍ਹਾਂ ਕਣਕ ਕੁਤਰਨ ਵਾਲੀ ਮਸ਼ੀਨ ਹੁੰਦੀ ਹੈ, ਇਹ ਜਸਟ ਲਾਈਕ ਦੈਟ ਅਸੀਂ ਇਹਦੇ ਵਿੱਚ ਇਹ ਜਿੰਨੇ ਵੀ ਲਿਫਾਫੇ ਹੈ ਅਸੀਂ ਇਹਦੇ ਵਿੱਚ ਪਾ ਦੇਣੇ ਆ। ਕਿਉਂਕਿ ਜਿਹੜੇ ਲਿਫਾਫੇ ਪੈਕੇਜਿੰਗ ਵਾਲੇ ਉਹ ਤਾਂ ਖਤਮ ਨਹੀਂ ਹੋ ਰਹੇ, ਕੰਪਨੀਆਂ ਮਟੀਰੀਅਲ ਬਣਾ ਕੇ ਭੇਜਦੀਆਂ, ਪੈਕੇਜਿੰਗ 'ਚ ਹੁੰਦਾ ਹੈ ਨਾ, ਕੈਰੀ ਬੈਗ ਖਤਮ ਕਰਦੇ। ਉਹ ਲਿਫਾਫੇ ਜਿਹੜੇ ਅਸੀਂ ਇਹਦੇ ਵਿੱਚ ਪਾਵਾਂਗੇ ਔਰ ਇੱਥੋਂ ਇਹ ਬਿਜਲੀ ਨਾਲ ਚੱਲਦੀ ਹੈ ਔਰ ਉਹ ਇਹਦੇ ਛੋਟੇ ਛੋਟੇ ਟੁਕੜੇ ਕਰ ਦੇਗੀ, ਇੰਨੇ ਬਰੀਕ ਟੁਕੜੇ ਕਰ ਦੇਗੀ ਕਿ ਇਹ ਸਾਡੀ ਜਿਹੜੀਆਂ ਸੜਕਾਂ ਬਣਦੀਆਂ, PW ਵਿਭਾਗ ਬਣਾਉਂਦਾ ਜਾਂ ਕੋਈ ਵੀ ਵਿਭਾਗ ਬਣਾਉਂਦਾ, ਉਹਨੂੰ ਉਹਦੇ ਵਿੱਚ ਇਸਤੇਮਾਲ ਕਰਦੇ, ਸੜਕਾਂ ਬਣਾਉਣ 'ਚ ਕੰਮ ਆਉਂਦਾ। ਸੋ ਇਹ ਮਟੀਰੀਅਲ ਜਿਹੜਾ ਕਿ ਪਹਿਲਾਂ ਗਲਣਾ ਨਹੀਂ ਸੀ, ਸਾਡੇ ਵਾਤਾਵਰਨ ਨੂੰ ਇਹਨੇ ਖਰਾਬ ਕਰਨਾ ਸੀ। ਇਹਨਾਂ ਦੀ ਵੀਡੀਓ ਦੇਖੀਆਂ ਜਿਹੜੀਆਂ ਕਹਿੰਦੇ ਕਿ 500 ਸਾਲ ਲਿਫਾਫਾ ਜਿਹੜਾ ਗਲਦਾ ਨਹੀਂ ਹੈ। ਸੋ ਜੇ ਗਲਦਾ ਨਹੀਂ ਤਾਂ ਫਿਰ ਉਹਨੂੰ ਆਪਾਂ ਸੁੱਟੀਏ ਵੀ ਨਾ, ਕਿਤੇ ਪਾਣੀ 'ਚ ਨਾ ਸੁੱਟੀਏ, ਸਾਡਾ ਪਾਣੀ ਖਰਾਬ ਹੁੰਦਾ, ਉਹੀ ਅਸੀਂ ਪੀਂਦੇ ਹਾਂ, ਧਰਤੀ ਖਰਾਬ ਹੁੰਦੀ ਹੈ। ਸੋ ਉਹਦਾ ਜਿਹੜਾ ਕੈਮੀਕਲ ਇੰਪੈਕਟ ਹੈ ਉਹ ਅਸੀਂ ਉਹਨੂੰ ਚੇਂਜ ਕਰਤਾ, ਸਾਡੀ ਡਿਵੈਲਪਮੈਂਟ ਵਰਕ 'ਚ ਆ ਗਿਆ। ਬਜਾਏ ਕਿ ਲਿਫਾਫੇ ਨੂੰ ਅਸੀਂ ਉੱਥੇ ਸੁੱਟ ਦਈਏ, ਅਸੀਂ ਇਹਨੂੰ ਉੱਥੇ ਖਤਮ ਕਰਕੇ ਚੂਰਾ ਕਰਕੇ ਕੁਇੰਟਲਾਂ ਦਾ ਢੇਰ ਜਿਹੜਾ ਹੋ ਸਕਦਾ ਲਿਫਾਫੇ ਦਾ, ਉਹ ਮੇਰੇ ਹਿਸਾਬ ਨਾਲ ਕੋਈ ਕਿਲੋਆਂ 'ਚ ਕਨਵਰਟ ਹੋ ਜਾਊਗਾ ਜੀ। ਔਰ ਉਹਨੂੰ ਬੜੀ ਉਹਦੀ ਸਾਂਭ ਸੰਭਾਲ ਦੇ ਨਾਲ ਅਸੀਂ ਉਹਨੂੰ ਉੱਥੇ ਪਹੁੰਚਾਵਾਂਗੇ ਔਰ ਟਾਈ ਅਪ ਕਰਾਂਗੇ, ਔਰ ਹੋ ਵੀ ਰਿਹਾ, ਗਵਰਨਮੈਂਟ ਆਪਣੇ ਪੱਧਰ 'ਤੇ ਕਰ ਰਹੀ ਹੈ। ਸੋ ਇਹ ਬਹੁਤ ਵਧੀਆ ਉਪਰਾਲਾ ਮੇਰੇ ਹਿਸਾਬ ਨਾਲ। ਇੱਕ ਸਾਡਾ ਸ਼ਹਿਰ ਵਾਸੀਆਂ ਨੂੰ ਮੇਰਾ ਇੱਥੇ ਇੱਕ ਸੰਦੇਸ਼ ਵੀ ਹੈ, ਅਪੀਲ ਵੀ ਹੈ ਵੀ ਕਿਰਪਾ ਕਰਕੇ ਆਪਣੇ ਘਰ 'ਚ ਲਿਫਾਫੇ ਜਿਹੜੇ ਆ ਉਹ ਇੱਕ ਲਿਫਾਫੇ 'ਚ ਹੀ ਪਾ ਲਓ ਜੀ। ਜਿੰਨੇ ਵੀ ਪਲਾਸਟਿਕ ਦੀਆਂ ਚੀਜ਼ਾਂ ਆ ਉਹ ਘਰ ਦੇ ਵਿੱਚ ਅਲੱਗ ਤੌਰ 'ਤੇ ਰੱਖੋ। ਇਹ ਇੰਨਾ ਕੰਮ ਔਖਾ ਨਹੀਂ ਹੈ, ਪਰ ਤੁਹਾਡੇ ਸਹਿਯੋਗ ਤੋਂ ਬਿਨਾਂ ਹੋਣਾ ਵੀ ਨਹੀਂ ਹੈ। ਇਹ ਤਾਂ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਕਿ ਵੱਖ-ਵੱਖ ਸਮੇਂ ਦੇ ਉੱਤੇ ਜਿੱਦਾਂ ਸਾਡੇ ਸਾਬਕਾ ਇੱਥੇ ਦੇ ਦਸੂਹਾ ਦੇ SDM ਹਿਮਾਂਸ਼ੂ ਅਗਰਵਾਲ ਜੀ ਹੋ ਗਏ ਜਾਂ ਜੋਤੀ ਬਾਲਾ ਮੱਟੂ ਜੀ ਹੋ ਗਏ, ਬਹੁਤ ਸਾਰੇ ਫੈਸਲੇ ਵੀ ਲਏ ਗਏ ਆ, ਕਾਨੂੰਨ ਵੀ ਬਣੇ ਨੇ, ਕਈਆਂ ਨੇ ਸਖਤਾਈ ਦੇ ਨਾਲ, ਕਈਆਂ ਨੇ ਨਰਮਾਈ ਦੇ ਨਾਲ ਲੋਕਾਂ ਨੂੰ ਪੋਲੀਥੀਨ ਬੰਦ ਕਰਨ ਦੀ ਤਾਕੀਦ ਕੀਤੀ ਆ। ਪਰ ਫੇਰ ਵੀ ਜਿਹੜਾ ਉਹ ਪੋਲੀਥੀਨ ਲਗਾਤਾਰ ਦੁਕਾਨਾਂ ਦੇ ਉੱਤੇ ਸਾਨੂੰ ਦੇਖਣ ਨੂੰ ਮਿਲਦਾ ਆ, ਲੋਕ ਘਰਾਂ ਵਿੱਚ ਪੋਲੀਥੀਨ ਯੂਜ਼ ਕਰ ਰਹੇ ਆ। ਇਹਦਾ ਕੋਈ ਹੱਲ ਜਾਂ ਇਹਦਾ ਕੋਈ ਸਮਾਧਾਨ ਹੋ ਸਕਦਾ? ਦੇਖੋ, ਸਮਾਧਾਨ ਤਾਂ ਜਿਹੜੀ ਹੈ ਪਲਾਸਟਿਕ ਦਾ ਲਿਫਾਫਾ ਹੈ ਉਹ ਸਾਡੇ ਕੋਲ ਹੀ ਹੈ, ਤੁਹਾਡੇ ਕੋਲ ਹੀ ਹੈ। ਦੇਖੋ, ਇਹਨੂੰ ਕੋਈ ਇਨਫੋਰਸਮੈਂਟ ਲਾਅ ਬਣਦਾ। ਲਾਅ ਦਾ ਮਤਲਬ ਹੁੰਦਾ ਕਿ ਕਾਨੂੰਨ ਬਣ ਗਿਆ, ਕਾਨੂੰਨ ਨੇ ਸਖਤੀ ਕਰਨੀ ਹੈ, ਪਰ ਕਾਨੂੰਨ ਤੁਹਾਡਾ ਮਾਈਂਡਸੈਟ ਨਹੀਂ ਚੇਂਜ ਕਰ ਸਕਦੀ। ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾ ਰਿਹਾ, ਮੈਂ ਇਹੀ ਦਿਖਾ ਰਿਹਾ ਵੀ ਕਿਰਪਾ ਕਰਕੇ ਤੁਸੀਂ ਲਿਫਾਫਾ ਜੀ ਯੂਜ਼ ਕਰਨਾ ਵੀ ਹੈ। ਜਿੱਦਾਂ ਤੁਹਾਡਾ ਪੈਕੇਜਿੰਗ ਵਾਲਾ ਲਿਫਾਫਾ ਹੁੰਦਾ, ਜਿਹੜਾ ਜਦ ਪੈਕਡ ਆ, ਕੁਰਕਰੇ ਆ ਗਏ ਜਾਂ ਜਿਹੜੀ ਪਿੱਛੋਂ ਪੈਕਿੰਗ ਆਉਂਦੀ ਕੰਪਨੀ ਤੋਂ ਬਣ ਕੇ, ਉਹ ਤਾਂ ਬੰਦ ਨਹੀਂ ਪੋਸੀਬਲ ਹੈਗਾ, ਸਾਨੂੰ ਲੱਗਦਾ ਹੀ ਹੈ, ਸ਼ਾਇਦ ਫਿਊਚਰ 'ਚ ਬੰਦ ਹੋ ਜਾਏ, ਹੈ ਨਾ। ਪਰ ਜਿਹੜੇ ਲੋਕੀ ਵੇਚ ਰਹੇ ਆ, ਅਗਰ ਅਸੀਂ ਚਲਾਨ ਕੱਟ ਰਹੇ ਹਾਂ, ਪਿੱਛੇ ਜੇ ਸਾਡੇ ਸਾਰਾ ਸਟਾਫ ਚਲਾਨ ਕੱਟਣ ਗਿਆ, ਲੋਕੀ ਉਹਨਾਂ ਨਾਲ ਬਹਿਸ ਦੇ ਵੀ, ਦੁਕਾਨਦਾਰ ਭਰਾ ਬਹਿਸ ਲੈਂਦੇ ਆ ਜਾਂ ਕਸਟਮਰ ਵੀ ਬਹਿਸ ਲੈਂਦਾ। ਮੈਂ ਕਿਸੇ ਦੇ ਖਿਲਾਫ ਨਹੀਂ ਬੋਲ ਰਿਹਾ, ਪਰ ਮੈਂ ਤੁਹਾਡੇ ਤੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਸ ਚੀਜ਼ ਲਈ ਸਾਨੂੰ ਬਾਹਰ ਨਿਕਲਣਾ ਪਵੇ, ਚਲਾਨ ਕੱਟਣੇ ਪੈਣ, ਇਹਦਾ ਮਤਲਬ ਉਹ ਚੀਜ਼ ਜਿਹੜੀ ਇਲੀਗਲ ਚੱਲ ਰਹੀ ਹੈ ਜੀ। ਅਸੀਂ ਪਿੱਛੇ ਜੇ ਹਫ਼ਤੇ 'ਚ ਚਲਾਨ ਕੱਟੇ ਆ, ਇਹ ਪੰਦਰਵਾੜਾ ਮਨਾ ਰਹੇ ਸੀ, ਸਫਾਈ ਪੰਦਰਵਾੜਾ। ਇਹਦੇ ਵਿੱਚ ਇਹ ਪਲਾਸਟਿਕ ਨੂੰ ਖਤਮ ਕਰਨਾ ਤਾਂ ਇੱਕ ਗਵਰਨਮੈਂਟ ਦਾ ਵੱਡਾ ਮੁੱਦਾ ਹੈ, ਕਿਉਂਕਿ ਸਵੱਛ ਭਾਰਤ ਦੇ ਮਿਸ਼ਨ ਦੇ ਵਿੱਚ ਇੱਕ ਆਉਂਦਾ ਸੋਲਿਡ ਵੇਸਟ ਮੈਨੇਜਮੈਂਟ। ਸੋਲਿਡ ਵੇਸਟ ਮੈਨੇਜਮੈਂਟ ਦੇ ਵਿੱਚ ਆਉਂਦਾ ਕੂੜੇ ਨੂੰ ਰਿਡਿਊਸ ਕਰਨਾ। ਕੂੜੇ ਨੂੰ ਜਿੰਨੀਆਂ ਵੀ ਦੁਕਾਨਾਂ ਆ, ਜਿੰਨੇ ਵੀ ਲੋਕ ਆ, ਜਿੰਨੇ ਵੀ ਇੰਸਟੀਚਿਊਟ ਆ, ਉਹਨਾਂ ਨੇ ਕੂੜੇ ਨੂੰ ਆਪਣੇ ਆਪ ਮੈਨੇਜ ਕਰਨਾ, ਕੂੜਾ ਸੁੱਟਣਾ ਨਹੀਂ ਹੈ। ਸਾਡੇ ਦਿਮਾਗ ਦੇ ਵਿੱਚ ਇੱਕ ਕਨਸੈਪਟ ਪਹਿਲਾਂ ਆ ਚੁੱਕੀ ਹੈ ਕਿ ਕੂੜਾ ਜਿਹੜਾ ਆ
ਉਹ ਨਗਰ ਕੌਂਸਲ ਦਾ ਹੈ ਜਾਂ ਕੂੜਾ ਅਸੀਂ ਬਾਹਰ ਸੁੱਟਣਾ ਹੈ। ਪਰ ਨਹੀਂ, ਕੂੜਾ ਤੁਹਾਡਾ ਹੈ, ਤੁਸੀਂ ਇਹਨੂੰ ਹੁਣ ਸਾਨੂੰ ਸਮਝ ਆ ਵੀ ਕੂੜਾ ਮੈਨੇਜ ਕਰਨਾ ਹੈ, ਮੈਂ ਕੂੜੇ ਨੂੰ ਰਿਡਿਊਸ ਕਰਨਾ ਹੈ, ਘੱਟ ਤੋਂ ਘੱਟ ਕੂੜਾ ਮੈਂ ਜਿਹੜਾ ਉਹਨੂੰ ਘਰ ਚੋਂ ਕੱਢਣਾ ਹੈ। ਉਹੀ ਕੂੜਾ ਮੈਂ ਘਰ ਚੋਂ ਕੱਢਣਾ ਜਿਹੜਾ ਮੈਨੂੰ ਨਹੀਂ ਰੱਖ ਸਕਦਾ ਜੀ। ਠੀਕ ਨਾ। ਘਰ ਦੇ ਵਿੱਚ ਵੀ ਤੁਸੀਂ ਇਹ ਕੰਮ ਕਰ ਸਕਦੇ ਆ। ਇਹ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਇੱਕ ਪਿੱਠ ਬਣਾਈ ਹੈ, ਘਰ ਦੇ ਵਿੱਚ ਵੀ ਕੋਈ ਕੱਚਾ ਚੀਜ਼ ਲੈ ਕੇ ਸਾਡੇ ਕੋਲ ਨਗਰ ਕੌਂਸਲ ਕੋਲ ਸਾਡੇ EMPLOYE ਹੈ, CF ਹੈ, ਸਾਡੇ ਹੋਰ ਬਹੁਤ ਵਧੀਆ EMPLOYE ਹੈ, ਤੁਸੀਂ ਜਾਣਕਾਰੀ ਲੈ ਸਕਦੇ ਆ ਵੀ ਯਾਰ ਅਸੀਂ ਘਰ ਦੇ ਵਿੱਚ ਹੀ ਜਿਹੜੇ 2-4 ਛਿਲਕੇ ਜਿਹੜੇ ਸਾਡੇ ਪਾਈਆ ਕੁ ਹੁੰਦੇ ਆ ਜਾਂ 100 ਗ੍ਰਾਮ ਹੁੰਦੇ ਆ, ਬਜਾਏ ਬਾਹਰ ਸੁੱਟਣ ਦੇ, ਜਿਹੜੇ ਗੰਦ ਵੀ ਪੈਦਾ ਕਰਦੇ ਆ, ਮੁਸ਼ਕ ਵੀ ਪੈਦਾ ਕਰਦੇ, ਗਿੱਲਾ ਕੂੜਾ, ਤੁਸੀਂ ਘਰ ਦੇ ਵਿੱਚ ਹੀ ਇਹਨੂੰ ਖਾਦ ਦਾ ਰੂਪ ਬਣਾ ਸਕਦੇ ਹੋ। ਐਵੇਂ ਮੈਨੂੰ ਨਹੀਂ ਲੱਗਦਾ ਵੀ 3-4 ਫੁੱਟ ਦੀ ਜਗ੍ਹਾ ਚਾਹੀਦੀ ਹੈ, ਚਾਹੇ ਕੱਚੀ ਹੋਵੇ ਚਾਹੇ ਪੱਕੀ ਹੋਵੇ। ਈਵਨ ਤੁਸੀਂ ਛੱਤ 'ਤੇ ਵੀ ਇਹਨੂੰ ਕਰ ਸਕਦੇ ਆ, ਜਿੱਦਾਂ ਲੋਕੀ ਅੱਜ ਕੱਲ੍ਹ ਛੱਤ 'ਤੇ ਸਬਜ਼ੀਆਂ ਉਗਾ ਰਹੇ ਪੱਕੀਆਂ, ਠੀਕ ਹੈ ਨਾ। ਪਲਾਸਟਿਕ ਬੋਟਲ ਨੂੰ ਅਸੀਂ ਕੱਟ ਕਰਕੇ ਉਹਦੇ ਵਿੱਚ ਆਪਾਂ ਫੂਲਦਾਨ ਲਾ ਸਕਦੇ ਹਾਂ, ਆਪਾਂ ਉਗਾ ਸਕਦੇ, ਬੜਾ ਕੁਝ ਹੋ ਸਕਦਾ ਜੇ ਕਰਨਾ ਚਾਹੀਏ। ਸੋ ਇਹ ਲਈ ਗੌਰਮੈਂਟ ਇਹ ਉਪਰਾਲੇ ਕਰ ਰਹੀ। ਤੁਸੀਂ ਬਿਲਕੁਲ ਸਹੀ ਕਿਹਾ ਵੀ ਗੌਰਮੈਂਟ ਦਾ ਕੰਮ ਤਾਂ ਇਨਫੋਰਸ ਕਰਨਾ, ਪਰ ਇਨਫੋਰਸ ਦਾ ਮਤਲਬ ਇਹ ਨਹੀਂ ਵੀ ਕਰੀ ਜਾਣਾ ਤੇ ਚੱਕੀ ਜਾਣਾ, ਕਰੀ ਜਾਣਾ ਤੇ ਉਹਦੇ ਰਿਜ਼ਲਟ ਨਾ ਨਿਕਲਣ। ਸੋ ਅਲਟੀਮੇਟਲੀ ਫਿਰ ਮੇਰੀ ਗੱਲ ਉੱਥੇ ਆਉਂਦੀ ਹੈ, ਸਾਨੂੰ ਸ਼ਹਿਰਦਾਰਾਂ ਦਾ ਸਹਿਯੋਗ ਚਾਹੀਦਾ, ਤੁਹਾਡਾ ਸਹਿਯੋਗ ਚਾਹੀਦਾ ਕਿ ਸਹਿਯੋਗ ਤੋਂ ਬਿਨਾਂ ਕੰਮ ਪੋਸੀਬਲ ਨਹੀਂ ਹੈਗਾ। ਜਿਹਦੇ ਵਿੱਚ ਲੋਕ ਇਨਵੋਲਵ ਹੈ ਉਹ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ। ਚਾਹੇ ਸੋ ਇੱਥੇ ਅਸੀਂ ਹੋਰ ਵੀ ਮਸ਼ੀਨਾਂ ਦੇਖ ਰਹੇ ਹਾਂ, ਇਹ ਵੀ ਜਾਣਾਂਗੇ ਕਿ ਇਹ ਮਸ਼ੀਨਾਂ ਕਿਸ ਪਰਪਸ ਵਾਸਤੇ ਹੈ ਤੇ ਕਿਸ ਤਰੀਕੇ ਨਾਲ ਇਹ ਕੰਮ ਕਰਦੀਆਂ ਨੇ, ਉਹਦੇ ਬਾਰੇ ਵੀ ਜਾਣਕਾਰੀ ਲੈਣੀ। ਇਹ ਜਿਹੜੀ ਮਸ਼ੀਨ ਹੈ ਇਹ ਕਿਸ ਕਾਰਜ ਵਾਸਤੇ ਵਰਤੀ ਜਾਂਦੀ ਹੈ? ਇਹਨੂੰ ਬੇਲਿੰਗ ਮਸ਼ੀਨ ਕਹਿੰਦੇ ਆ ਜੀ। ਬੇਲ ਮਤਲਬ ਕਿ ਜਿਸ ਤਰ੍ਹਾਂ ਆਪਾਂ ਕੋਈ ਬਹੁਤ ਸਾਰੀ ਵੱਡੀ, ਜਿੱਦਾਂ ਤੁਹਾਡੇ ਸਾਹਮਣੇ ਇਹ ਪਲਾਸਟਿਕ ਦਾ ਮਟੀਰੀਅਲ ਪਿਆ, ਉਹ ਬੋਟਲਾਂ ਪਈਆਂ ਹੈ ਨਾ, ਇਸ ਤਰ੍ਹਾਂ ਦੀ ਪਲਾਸਟਿਕ ਜਿਹੜੀ ਕਿ ਸਾਡੇ ਕੋਲ ਬਹੁਤ ਵੱਡੀ ਮਾਤਰਾ 'ਚ ਇਕੱਠੀ ਹੁੰਦੀ ਹੈ ਤੇ ਅਸੀਂ ਉਹਨੂੰ ਸ਼ੈੱਡ 'ਚ ਵੀ ਨਹੀਂ ਰੱਖ ਸਕਦੇ ਫਿਰ, ਕਿਉਂਕਿ ਟਰੱਕਾਂ ਦੇ ਟਰੱਕ ਵੀ ਹੋ ਸਕਦੇ ਆ। ਜੇ ਆਪਾਂ ਪੂਰੀ ਤਰ੍ਹਾਂ ਉਹ ਸ਼ੈੱਡ ਨੂੰ ਲੈ ਕੇ ਚੱਲੀਏ ਪਲਾਸਟਿਕ ਨੂੰ, ਤੇ ਉਹਦਾ ਜਿਹੜਾ ਬਹੁਤ ਸਾਰਾ ਕੀ ਹੋਏਗਾ ਵੀ ਉਹਦੇ ਵਿੱਚ ਬਹੁਤ ਸਾਰਾ ਆਪਣਾ ਮਟੀਰੀਅਲ ਇਕੱਠਾ ਹੋ ਜਾਏਗਾ ਤੇ ਉਹਦੀ ਮਾਤਰਾ ਵੱਧ ਜਾਏਗੀ, ਸਾਡੇ ਲਈ ਸੰਭਾਲਣਾ ਔਖਾ ਹੈ। ਸੋ ਇਹ ਬੇਲਿੰਗ ਮਸ਼ੀਨ ਕੀ ਹੈ, ਇਹਨੂੰ ਪ੍ਰੈਸ ਕਰ ਦਿੰਦੀ ਹੈ। ਮਤਲਬ ਜਿਸ ਤਰ੍ਹਾਂ ਅਸੀਂ ਕੋਈ ਚੀਜ਼ ਨੂੰ ਇੱਦਾਂ ਮੰਨ ਲਓ ਇੰਨੀ ਜ਼ਿਆਦਾ ਚੀਜ਼ ਹੈ ਤੇ ਇਹ ਬੇਲਿੰਗ ਮਸ਼ੀਨ ਨੇ ਉਹਨੂੰ ਪ੍ਰੈਸ ਕਰ ਦੇਣਾ, ਉਹਦੀ ਰੋਟੀ ਬਣਾ ਦੇਣੀ ਆ, ਉਹਦੀ ਇੱਕ ਕਹਿ ਲਓ ਕਿ ਇੱਕ ਜਸਟ ਲਾਈਕ ਪਰਤ ਜਿਹੀ ਬਣ ਜਾਣੀ। ਉਹਨੂੰ ਪਰਤ ਨੂੰ ਅਸੀਂ ਇੱਥੇ ਰੱਖ ਸਕਦੇ ਹਾਂ। ਓਕੇ, ਕੁਆਂਟਲਾਂ ਦਾ ਮਟੀਰੀਅਲ ਜਿਹੜਾ ਆ ਉਹ ਸਾਡਾ ਪਰਤ ਦੇ ਵਿੱਚ ਇਕੱਠਾ ਹੋ ਸਕਦਾ ਤੇ ਕੱਲ੍ਹ ਨੂੰ ਅਸੀਂ ਜਿੱਥੇ ਵੀ ਗੌਰਮੈਂਟ ਕਹੇਗੀ ਜਾਂ ਜਿਸ ਤਰ੍ਹਾਂ ਵੀ ਕੋਈ ਸਿਸਟਮ ਬਣੇਗਾ, ਉਹ ਪਲਾਸਟਿਕ ਨੂੰ ਅਸੀਂ ਉਸ ਫੈਕਟਰੀ 'ਚ ਪਹੁੰਚਾ ਸਕਦੇ ਜਿੱਥੇ ਕਿ ਕੱਚੇ ਮਟੀਰੀਅਲ ਦੇ ਤੌਰ 'ਤੇ ਯੂਜ਼ ਹੋ ਸਕੇ। ਓਕੇ। ਤੇ ਜਿਹੜੀ ਤੀਸਰੀ ਮਸ਼ੀਨ ਆਪਾਂ ਦੇਖ ਰਹੇ ਹਾਂ, ਇਹਦਾ ਕੀ ਪਰਪਸ ਹੈ ਤੇ ਇਹ ਕਿਸ ਤਰੀਕੇ ਨਾਲ ਇਹਦਾ ਯੂਜ਼ ਹੁੰਦਾ ਹੈ, ਇਹਦੇ ਬਾਰੇ ਵੀ ਇੱਕ ਵਾਰੀ ਜਾਣਕਾਰੀ ਦਿਓ। ਇਹ ਇੱਕੋ ਮਸ਼ੀਨ ਹੈ, ਜਸਟ ਲਾਈਕ ਹੈ ਤਾਂ ਬੜੀਆਂ ਸਿੰਪਲ ਜਿਹੀਆਂ ਚੀਜ਼ਾਂ, ਆਪਾਂ ਮਕੈਨੀਕਲੀ ਨਾ ਹੀ ਜਾਈਏ। ਇਹ ਕੀ ਚੀਜ਼ ਆ ਵੀ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਕੰਸਟਰਕਸ਼ਨ ਐਂਡ ਡਿਮੋਲੀਸ਼ਨ ਕਰਦੇ ਆ, ਆਪਣੇ ਘਰ ਬਣਾਉਂਦੇ ਆ, ਪੱਥਰ ਨਾਲ ਬਣਾਉਂਦੇ ਆ, ਪੁਰਾਣਾ ਮਟੀਰੀਅਲ ਜਿਹੜਾ ਉਹ ਮਕਾਨ ਦੁਕਾਨ ਤੋੜ ਕੇ ਬਾਹਰ ਸੁੱਟ ਦਿੰਦੇ ਆ। ਤੇ ਤੁਹਾਨੂੰ ਹਮੇਸ਼ਾ ਹੀ ਸ਼ਿਕਾਇਤ ਤੁਹਾਨੂੰ ਵੀ ਰਹੀ ਹੋਊਗੀ ਜਾਂ ਮੈਂ ਵੀ ਦੇਖਿਆ, ਤੁਸੀਂ ਵੀ ਦੇਖਦੇ ਹੋ ਵੀ ਲੋਕੀ ਉਹ ਮਟੀਰੀਅਲ ਜਾਂ ਤਾਂ ਚੋ ਦੇ ਵਿੱਚ ਸੁੱਟ ਆਉਂਦੇ ਆ ਜਾਂ ਕਿਸੇ ਖਾਲੀ ਜਗ੍ਹਾ 'ਤੇ ਸੁੱਟ ਦਿੰਦੇ ਜਾਂ ਫਿਰ ਗਲੀਆਂ 'ਚ ਪਿਆ ਤੁਰਿਆ ਰਹਿੰਦਾ। ਤੇ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਜੀ ਉਹ ਮਟੀਰੀਅਲ ਪਿਆ ਜੀ, ਪਰ ਹੈ ਮਟੀਰੀਅਲ ਕਿਹਦਾ? ਸਾਡਾ ਹੀ ਹੈ, ਮਟੀਰੀਅਲ ਸਾਡਾ ਹੀ ਹੈ, ਘਰ ਅਸੀਂ ਬਣਾਇਆ, ਆਫਿਸ ਅਸੀਂ ਬਣਾਇਆ, ਸਾਰਾ ਕੁਝ ਕੀਤਾ। ਤੇ ਇਹ ਜਿੰਨਾ ਵੀ ਅਸੀਂ C&D ਮਟੀਰੀਅਲ ਕੰਸਟਰਕਸ਼ਨ ਦਾ ਮਟੀਰੀਅਲ ਸਾਡੇ ਕੋਲ ਬਚਦਾ, ਅਸੀਂ ਮਿਆਣੀ ਰੋਡ 'ਤੇ, ਇੱਥੇ ਮੇਰੀ ਅਪੀਲ ਆ ਸਾਰਿਆਂ ਨੂੰ ਇਸ ਵਾਰਤਾਲਾਪ ਰਾਹੀਂ ਵੀ ਸਾਡਾ ਇੱਕ ਡਿਸਪੋਜ਼ਲ ਆ ਮਿਆਣੀ ਰੋਡ ਦੇ ਉੱਤੇ, ਉਹਦੇ ਉੱਤੇ ਅਸੀਂ C&D ਇੱਕ ਆਪਣਾ ਬਣਾਇਆ ਹੋਇਆ ਡੰਪ ਕਹਿ ਲਓ। ਉੱਥੇ ਤੁਸੀਂ ਸਾਰੇ ਦਾ ਸਾਰਾ ਜਿੰਨਾ ਵੀ ਤੁਹਾਡਾ ਮਟੀਰੀਅਲ, ਤੁਹਾਡੀ ਟੁੱਟ ਭੱਜ ਗਈ ਘਰਾਂ ਦੀ, ਦੁਕਾਨਾਂ ਦੀ, ਮਕਾਨਾਂ ਦੀ, ਕੰਸਟਰਕਸ਼ਨ ਮਟੀਰੀਅਲ ਦੀ, ਉਹਨੂੰ ਸਾਰਿਆਂ ਨੂੰ ਬਾਹਰ ਨਹੀਂ ਸੁੱਟਣਾ, ਤੁਸੀਂ ਟਰਾਲੀ ਦੇ ਵਿੱਚ ਪਾ ਕੇ ਕਿਸੇ ਵਹੀਕਲ 'ਚ ਪਾ ਕੇ ਉੱਥੇ ਪਹੁੰਚਾ ਦਿਓ, ਕਿਉਂਕਿ ਉਹਦੇ 'ਚ ਸਰੀਆ ਵੀ ਹੋ ਸਕਦਾ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਸਖਤ ਸੀਮੈਂਟ ਵੀ ਹੋ ਸਕਦਾ, ਪੱਥਰ ਵੀ ਹੁੰਦੇ ਆ। ਸੋ ਅਸੀਂ ਉਹਨਾਂ ਪੱਥਰਾਂ ਨੂੰ ਇਸ ਮਸ਼ੀਨ ਦੇ ਵਿੱਚ ਪਾ ਕੇ, ਆਹ ਦੇਖੋ ਇਹ ਚੱਲੂਗੀ, ਇਹ ਚੱਲ ਕੇ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ। ਜਿਸ ਤਰ੍ਹਾਂ ਚੱਕੀ ਉਹ ਦਾਣੇ ਪਾਉਂਦੇ ਪੁਰਾਣੀਆਂ ਮਸ਼ੀਨਾਂ ਜੀ ਚੱਕੀਆਂ, ਇਹ ਜਸਟ ਲਾਈਕ ਚੱਕੀ ਹੈ, ਪਰ ਦਾਣੇ ਪੀਸਣ ਦੀ ਬਜਾਏ ਪੱਥਰ ਪੀਸ ਦੇਊਗੀ। ਓਕੇ, ਠੀਕ ਹੈ, ਉਹਨੂੰ ਛੋਟਾ ਕਰ ਦੇਊਗੀ। ਉਹ ਜਿਹੜਾ ਮਟੀਰੀਅਲ ਬਣੇਗਾ ਉਸ ਤੋਂ ਦੁਬਾਰਾ ਟਾਈਲ ਵੀ ਬਣ ਸਕਦੀ ਹੈ। ਤੁਸੀਂ ਦੇਖਿਆ ਅੱਜ ਕੱਲ੍ਹ ਟਾਈਲਾਂ ਇੱਥੇ ਵੀ ਲੱਗੀਆਂ, ਤਾਂ ਅਸੀਂ ਉਹਨੂੰ ਮਟੀਰੀਅਲ ਨੂੰ ਵੇਚ ਵੀ ਸਕਦੇ ਹਾਂ। ਇੱਕ ਜਿਹੜਾ ਸਾਡਾ ਇੱਕ ਬਹੁਤ ਵੱਡਾ ਇੱਦਾਂ ਦਾ ਇਹ ਮਟੀਰੀਅਲ ਹੈ, ਬੜੀ ਵੱਡੀ ਇੱਕ ਪ੍ਰੋਬਲਮ ਹੈ ਕਿ ਇਹ ਖਤਮ ਨਹੀਂ ਹੁੰਦਾ। ਸੋ ਇਹਨੂੰ ਅਸੀਂ ਇਸ ਤਰੀਕੇ ਨਾਲ ਖਤਮ ਕਰਾਂਗੇ। ਇਹਦੇ ਵਿੱਚ ਵੀ ਲੋਕਾਂ ਦਾ ਸਹਿਯੋਗ ਚਾਹੀਦਾ ਜੀ। ਵੀ ਤੁਸੀਂ ਨਕਸ਼ਾ ਪਾਸ ਕਰਵਾ ਲਿਆ, ਅਸੀਂ ਹੁਣ ਜਿਹੜਾ ਵੀ ਨਕਸ਼ਾ ਪਾਸ ਕਰਦੇ ਹਾਂ, ਸਾਨੂੰ ਇੰਸਟਰਕਸ਼ਨਾਂ ਵੀ ਹੋਈਆਂ। ਇਸ ਕੰਮ ਦੇ ਵਿੱਚ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ, ਸਾਡੇ ਪੂਰਨ ਸਿੰਘ ਜੀ, ਆਪਣੇ ਸਵੱਛ ਭਾਰਤ ਮਿਸ਼ਨ ਦੇ ਡਾਇਰੈਕਟਰ ਸਾਹਿਬ ਆ, ਸਾਡੇ ਜੋਏ ਸ਼ਰਮਾ ਜੀ, ਸਾਡੇ IAS ਆਫਿਸਰ ਨੇ, ਉਹ ਇਸ ਪ੍ਰੋਜੈਕਟ ਦੇ CEO ਹੈਗੇ ਨੇ, ਔਰ ਸਾਡੇ ਸਰਦਾਰ ਦਰਬਾਰਾ ਸਿੰਘ ਜੀ PCS ਸਾਡੇ ਰੀਜਨਲ ਡਿਪਟੀ ਡਾਇਰੈਕਟਰ ਹੈਗੇ ਆ,
ਉਹਨਾਂ ਨੇ ਬੜੇ ਵੱਡੇ ਲੈਵਲ ਤੇ ਇਸ ਗੱਲ ਨੂੰ ਇੰਟਰਸਟ ਦਿੱਤਾ ਹੈ। ਇੰਟਰਸਟ ਲੈ ਕੇ ਸਾਨੂੰ ਫੋਨ ਕਰਵਾ ਕੇ ਔਰ ਖੁਦ ਕਰਕੇ ਸਾਨੂੰ ਇਹ ਸਾਰਾ ਸਿਸਟਮ ਜਿਹੜਾ ਆ ਉਹ ਕੀ ਹੈ ਸਮਝਾਇਆ ਔਰ ਸਾਨੂੰ ਇਹ ਚੀਜ਼ ਨੂੰ ਇੰਪਲੀਮੈਂਟ ਲਾਗੂ ਕਰਵਾਇਆ। ਸੋ ਇਹ ਚੀਜ਼ਾਂ ਨੂੰ ਗੌਰਮੈਂਟ ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਅਸੀਂ ਵੀ ਉਨੇ ਜ਼ਿਆਦਾ ਗੰਭੀਰ ਹਾਂ, ਠੀਕ ਹੈ ਨਾ। ਪਰ ਇਹਦੇ ਵਿੱਚ ਜਿਹੜੀ ਗੰਭੀਰਤਾ ਚਾਹੀਦੀ ਹੈ ਉਹ ਸਾਡੇ ਨਾਲੋਂ ਜ਼ਿਆਦਾ ਪਬਲਿਕ ਦੀ ਚਾਹੀਦੀ ਹੈ ਜੀ। ਤੁਹਾਨੂੰ ਮੈਂ ਤਾਂ ਦਿਖਾ ਰਿਹਾ ਕਿ ਬਹੁਤ ਸਾਰੇ ਲੋਕਾਂ ਦਾ ਕੁਐਸਚਨ ਹੈ, ਪਬਲਿਕ ਦਾ ਕੁਐਸਚਨ ਹੈ ਵੀ ਕੂੜਾ ਕਿੱਥੇ ਲੈ ਕੇ ਜਾਈਏ। ਦੇਖੋ ਗੱਲ ਤਾਂ ਠੀਕ ਹੈ। ਮੈਂ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਹਾਂ ਵੀ ਤੁਹਾਨੂੰ ਇੱਕ ਸੌਖਾ ਕੰਮ ਦੱਸਦਾ ਵੀ ਤੁਸੀਂ ਸੁਸਾਇਟੀਆਂ ਬਣਾ ਲਓ। ਜਿੱਦਾਂ ਕਲੋਨੀਆਂ ਬਣੀਆਂ, ਤੁਸੀਂ ਸੁਸਾਇਟੀਆਂ ਬਣਾ ਲਓ। ਉਹ ਸੁਸਾਇਟੀਆਂ ਦੇ ਵਿੱਚ ਇੱਕ ਜਗ੍ਹਾ ਫਿਕਸ ਕਰ ਲਓ ਕੂੜੇ ਦੀ। ਕਿਹੜਾ ਕੂੜਾ? ਘਰੋਂ ਹੀ ਤੁਸੀਂ ਸਾਨੂੰ ਡਿਸਟਰੀਬਿਊਟਡ ਕੂੜਾ ਦਿਓ, ਸੈਗਰੀਗੇਟਡ ਕੂੜਾ ਦਿਓ। ਸੈਗਰੀਗੇਟਡ ਮਤਲਬ ਵੰਡਿਆ ਹੋਇਆ, ਛਾਂਟਿਆ ਹੋਇਆ, ਕਿ ਜਿਹਦੇ 'ਚ ਲਿਫਾਫਾ ਅਲੱਗ ਕਰ ਦਈਏ ਅਤੇ ਗਲਣ ਵਾਲਾ ਮਟੀਰੀਅਲ ਅਲੱਗ ਕਰ ਦਈਏ। ਘੱਟੋ ਘੱਟ 2 ਤਾਂ ਬਿਨ ਬਣਾਓ ਨਾ ਘਰ। ਬਿਨ ਨਹੀਂ ਬਣਾਉਣੇ ਅਤੇ 2 ਜਗ੍ਹਾ ਹੀ ਇਕੱਠਾ ਕਰ ਲਓ। ਤੁਸੀਂ ਅਗਰ ਸੁਸਾਇਟੀ ਜਾਂ ਤੁਹਾਡਾ ਮੁਹੱਲਾ ਜਾਂ ਤੁਹਾਡਾ ਪਰਿਵਾਰ ਹੀ ਡਿਸਾਈਡ ਕਰਦਾ ਅਤੇ ਸਾਡਾ ਉੱਥੇ ਵਹੀਕਲ ਜਾਂਦਾ, ਜੇ ਨਹੀਂ ਜਾਂਦਾ ਸਾਨੂੰ ਦੱਸੋ, ਠੀਕ ਹੈ ਨਾ। ਉਹ ਵਹੀਕਲ ਜਾਊਗਾ, ਉਹ 8 ਤੋਂ 9 10 ਵਜੇ ਤੱਕ ਤੁਸੀਂ ਆਪਣੇ ਘਰਾਂ ਦੇ ਸਾਹਮਣੇ ਰੱਖ ਦਿਓ। ਇੱਕ 'ਚ ਗਿੱਲਾ ਕੂੜਾ ਰੱਖ ਦਿਓ, 'ਚ ਸੁੱਕਾ, ਉਹ ਸਾਡਾ ਵਹੀਕਲ ਕਲੈਕਟ ਕਰੂਗਾ ਜੀ। ਤੁਸੀਂ ਕੂੜਾ ਬਾਹਰ ਨਾ ਸੁੱਟੋ, ਕੂੜੇ ਨੂੰ ਸੰਭਾਲ ਕਰੋ। ਜਿਹੜੀ ਮੈਂ ਗੱਲ ਕਹਿ ਰਿਹਾ, ਅਗਰ ਤੁਸੀਂ ਕੂੜੇ ਨੂੰ ਸੰਭਾਲ ਲਿਆ ਤਾਂ ਸਮਝ ਲਓ ਤੁਸੀਂ ਆਪਣੀ ਪਰਿਵਾਰ ਨੂੰ ਸੰਭਾਲ ਲਿਆ, ਆਪਣੇ ਮੁਹੱਲੇ ਨੂੰ ਸੰਭਾਲ ਲਿਆ, ਆਪਣੀ ਕਲੋਨੀ ਨੂੰ ਸੰਭਾਲ ਲਿਆ। ਤੁਹਾਨੂੰ ਕੂੜਾ ਨਜ਼ਰ ਨਹੀਂ ਆਊਗਾ, ਠੀਕ ਹੈ ਨਾ। ਐਕਚੁਅਲ ਕੂੜਾ ਹੈ ਕਿਹਦਾ? ਸਾਡਾ। ਤਾਂ ਅਸੀਂ ਦੋਸ਼ ਕਿਹਨੂੰ ਦਿੰਦੇ ਹਾਂ? ਦੂਸਰੇ ਨੂੰ। ਉਹ ਕੂੜਾ ਦਿਖਦਾ, ਉਹ ਕੂੜਾ ਦਿਖਦਾ। ਕੂੜਾ ਤੁਸੀਂ ਸੰਭਾਲੋ, ਅਸੀਂ ਤੁਹਾਡਾ ਕੂੜਾ ਲੈਣ ਆਵਾਂਗੇ। ਕੂੜਾ ਅੱਜ ਦੀ ਡੇਟ ਦੇ ਵਿੱਚ ਸੋਨੇ ਨਾਲੋਂ ਮਹਿੰਗਾ ਹੈ। ਅਗਰ ਤੁਸੀਂ ਇਹਦੇ ਡੈਪਥ 'ਚ ਜਾਓਗੇ, ਬੜੀਆਂ ਕੰਪਨੀਆਂ, ਰਿਲਾਇੰਸ, ਟਾਟਾ, ਬਾਟਾ, ਇਹ ਕੰਪਨੀਆਂ ਕੂੜੇ 'ਤੇ ਕੰਮ ਕਰ ਰਹੀਆਂ। ਇਹ ਮਸ਼ੀਨਰੀ ਕਿਹਨੇ ਬਣਾਈ? ਦੇਖੋ, ਅਸੀਂ ਨਹੀਂ ਬਣਾਈ, ਕਿਸੇ ਇੰਡਸਟਰੀ ਨੇ ਬਣਾਈ, ਕਿਸੇ ਵੱਡੇ ਇੰਡਸਟਰੀਲਿਸਟ ਨੇ, ਸਾਇੰਟਿਸਟ ਨੇ ਇੱਕ ਚੀਜ਼ ਬਣਾਈ। ਔਰ ਇਹ ਦੇਖੋ ਕਿੰਨਾ ਉਹ ਅਰਬਾਂ ਰੁਪਏ ਦਾ ਪ੍ਰੋਫਿਟ ਕਮਾ ਰਿਹਾ ਸਾਡੇ ਕੂੜੇ ਤੋਂ। ਸੋ ਕੂੜੇ ਨੂੰ ਕੂੜਾ ਨਾ ਸਮਝੋ। ਕੂੜਾ ਬਹੁਤ ਮਤਲਬ ਕਿ ਇੱਕ ਗੰਦਗੀ ਤਾਂ ਹੈ ਹੀ ਹੈ, ਪਰ ਗੰਦਗੀ ਉਦੋਂ ਬਣਦੀ ਹੈ ਜਦੋਂ ਅਸੀਂ ਇਹਨੂੰ ਸੰਭਾਲਦੇ ਨਹੀਂ ਜੀ। ਹੈ ਇਹ ਬਹੁਤ ਵਧੀਆ ਚੀਜ਼, ਠੀਕ ਹੈ। ਤੁਸੀਂ ਕੂੜੇ ਦੇ ਵਿੱਚ ਘਰ 'ਚ ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਤੁਸੀਂ ਰੱਦੀ ਵੇਚ ਦਿੰਦੇ ਹੋ, ਰੱਦੀ 'ਚੋਂ ਤੁਹਾਨੂੰ ਪੈਸੇ ਲੱਭ ਜਾਂਦੇ ਆ। ਤੁਸੀਂ ਕੱਚ ਵੇਚ ਦਿੰਦੇ ਹੋ, ਤੁਹਾਨੂੰ ਕੱਚ 'ਚੋਂ ਪੈਸੇ ਮਿਲ ਜਾਂਦੇ। ਕਿਹੜੀ ਚੀਜ਼ ਅਸੀਂ ਬਾਹਰ ਸੁੱਟਦੇ ਹਾਂ? ਜਿਹੜਾ ਸਾਡਾ ਦਿਮਾਗ ਕੰਮ ਕਰਦਾ ਵੀ ਇਹ 'ਚੋਂ ਪੈਸੇ ਨਹੀਂ ਲੱਭਣੇ। ਬਿਲਕੁਲ। ਜੇ ਕੱਲ੍ਹ ਨੂੰ ਕਿਤੇ ਇੱਦਾਂ ਦੀ ਗੱਲਬਾਤ ਬਣ ਜਾਏ ਵੀ ਟਾਟਾ ਜਾਂ ਰਿਲਾਇੰਸ ਜਾਂ ਟਾਟਾ, ਮੈਂ ਕੰਪਨੀ ਨੂੰ ਨਹੀਂ ਪ੍ਰਮੋਟ ਕਰ ਰਿਹਾ ਇੱਥੇ, ਕੋਈ ਐਨੀ ਕੰਪਨੀ ਕੋ ਨੈਸ਼ਨਲ ਲੈਵਲ, ਇੰਟਰਨੈਸ਼ਨਲ 'ਤੇ ਆ ਰਿਹਾ ਵੀ ਯਾਰ ਜਿਹੜਾ ਸਾਨੂੰ ਕੂੜਾ ਦਊਗਾ ਨਾ, ਕਿਲੋ ਇੱਕ ਆਪਣਾ ਗਲਿਆ ਹੋਇਆ ਕੂੜਾ, ਤਾਂ ਉਹਨੂੰ ਪੈਸੇ ਮਿਲਣਗੇ। ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਕੂੜਾ ਕਿਤੇ ਲੱਭੂਗਾ ਨਹੀਂ। ਲੋਕੀ ਦੂਜਿਆਂ ਦਾ ਕੂੜਾ ਚੱਕ ਕੇ ਵੀ ਇਕੱਠਾ ਕਰੀ ਜਾਣਗੇ ਵੀ ਮੈਂ ਸਵੇਰੇ ਵੇਚ ਦੂੰਗਾ। ਸੋ ਇਸ ਗੱਲ ਦੀ ਮਹੱਤਤਾ ਨੂੰ ਸਮਝੀਏ, ਹੈ ਮਜ਼ਾਕ ਨਹੀਂ ਹੈ, ਇਹ ਓਰੀਜਨਲ ਗੱਲ ਕਰ ਰਿਹਾ। ਸੋ ਤੁਸੀਂ ਹੋਰ ਕੋਈ ਤੁਹਾਡਾ ਕੁਐਸਚਨ ਹੋਵੇ ਦੱਸੋ। ਬਿਲਕੁਲ। ਸੋ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇਹ ਕਾਫੀ ਜਿਹੜੇ ਇਕੁਇਪਮੈਂਟਸ ਜਿਹੜੇ ਆ ਨਗਰ ਕੌਂਸਲ ਦਸੂਹਾ ਵੱਲੋਂ ਇਸਤੇਮਾਲ ਕੀਤੇ ਗਏ ਆ, ਜਿਹੜੇ ਕਿ ਕੂੜੇ ਨੂੰ ਰਿਡਿਊਸ ਕਰਨ ਵਾਸਤੇ ਇਸਤੇਮਾਲ ਹੋਣਗੇ। ਸੋ ਮੈਂ ਆਖਰ ਵਿੱਚ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗਾ ਕਿ ਜਿਹੜੇ ਸ਼ਹਿਰ ਵਾਸੀ ਆ, ਨਗਰ ਕੌਂਸਲ ਨੇ ਤਾਂ ਚਲੋ ਜੋ ਕਰਨਾ ਸੀ ਉਹ ਕਰ ਦਿੱਤਾ, ਸੈਂਡ ਪਿਟਸ ਬਣਾਤੀਆਂ ਗਈਆਂ ਨੇ, ਇਹ ਮਸ਼ੀਨਾਂ ਲੈ ਲਈਆਂ ਗਈਆਂ ਨੇ, ਇੱਥੇ ਇੱਕ ਵਧੀਆ ਤਰੀਕੇ ਨਾਲ ਉਹਨੂੰ ਸੈਪਰੇਟ ਕਰਕੇ ਰੱਖ ਦਿੱਤਾ ਗਿਆ ਆ। ਪਰ ਸ਼ਹਿਰ ਵਾਸੀ, ਅੰਤ ਵਿੱਚ ਇਹੀ ਕਹਾਂਗਾ ਕਿ ਸ਼ਹਿਰ ਵਾਸੀ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਕਿੰਨਾ ਤੇ ਕਿਸ ਤਰੀਕੇ ਨਾਲ ਯੋਗਦਾਨ ਪਾ ਸਕਦੇ ਆ? ਦੇਖੋ, ਪਹਿਲਾਂ ਵੀ ਮੈਂ ਤੁਹਾਨੂੰ ਵਿੱਚ ਇਹ ਬੇਨਤੀ ਵੀ ਕੀਤੀ ਹੈ, ਇਹ ਸਾਰਾ ਕੰਮ ਹੀ ਸ਼ਹਿਰ ਵਾਸੀਆਂ ਦਾ ਹੈ। ਨਗਰ ਕੌਂਸਲ ਦਾ ਕੰਮ ਹੈ ਵੀ ਉਹਨੇ ਉਹ ਇੰਤਜ਼ਾਮ ਕਰਨੇ। ਅਸੀਂ ਇੰਤਜ਼ਾਮ ਕਰ ਲਏ ਆ। ਦੇਖੋ, ਇਹ ਸ਼ੈੱਡ ਜਿਹੜੀ ਹੈ ਇਹਦਾ ਕੋਈ ਮਤਲਬ ਨਹੀਂ ਜੇ ਕੂੜਾ ਨਾ ਇੱਥੇ ਆਵੇ। ਬਿਲਕੁਲ। ਸੁੱਕਾ ਕੂੜਾ ਨਾ ਆਵੇ। ਅਗਰ ਸਾਨੂੰ ਇਹ ਮਟੀਰੀਅਲ ਟੁੱਟ ਭੱਜ ਨਾ ਲੋਕੀ ਦੇਣ ਤਾਂ ਇਸ ਮਸ਼ੀਨ ਨੇ ਕੀ ਕ੍ਰਸ਼ ਕਰਨਾ? ਕੁਛ ਨਹੀਂ ਕਰਨਾ, ਠੀਕ ਹੈ ਨਾ। ਚੱਕੀ ਲਾਈ ਆ, ਉਹਦੇ ਲਈ ਦਾਣੇ ਤਾਂ ਚਾਹੀਦੇ ਨਾ। ਉਹ ਦਾਣੇ ਗਾਹਕ ਆਊਗਾ ਤਾਂ ਦਾਣੇ ਪਸਾਊਗਾ। ਇਹ ਵੀ ਗਾਹਕ ਹੀ ਹੈ ਸਾਡੇ ਲਈ। ਮੈਂ ਲੋਕਾਂ ਨੂੰ ਬੇਨਤੀ ਕਰਦਾ, ਸ਼ਹਿਰ ਵਾਸੀਆਂ ਨੂੰ, ਵੀ ਕਿਰਪਾ ਕਰਕੇ ਆਪਣਾ ਸਾਫ਼ ਜਿਹੜਾ ਤੁਸੀਂ ਸ਼ਹਿਰ ਰੱਖਣਾ, ਤੁਸੀਂ ਰੱਖਣਾ। ਉਹਦੇ 'ਚ ਮੈਂ ਵੀ ਇੱਕ ਜ਼ਿੰਮੇਵਾਰ ਹਾਂ। ਮੈਂ ਬਾਹਰ ਨਹੀਂ ਹੈ, ਕੋਈ ਮੈਂ ਐਨਫੋਰਸਮੈਂਟ ਅਥਾਰਟੀ ਨਹੀਂ ਹੈ ਨਗਰ ਕੌਂਸਲ। ਮੈਂ ਤੁਹਾਡਾ ਇੱਕ ਹਿੱਸਾ ਹੈ। ਤੁਹਾਡੇ ਸਹਿਯੋਗ ਨਹੀਂ, ਇਹ 100% ਇਹ ਤੁਸੀਂ ਮੈਨੂੰ ਕੁਐਸਚਨ ਬਹੁਤ ਵਧੀਆ ਕੀਤਾ। 100% ਸਹਿਯੋਗ ਹੀ ਲੋਕਾਂ ਦਾ ਚਾਹੀਦਾ। ਬਿਲਕੁਲ। ਪਬਲਿਕ ਦੇ ਸਹਿਯੋਗ ਨਾਲ ਹੋਣਾ। ਜੇ ਸਾਨੂੰ ਇਹ ਕੂੜਾ ਨਹੀਂ ਦੇਣਗੇ ਘਰ ਤੋਂ, ਦੇਖੋ ਮਸਲਾ ਘਰ ਤੋਂ ਸ਼ੁਰੂ ਹੁੰਦਾ ਅਤੇ ਘਰ 'ਚ ਹੀ ਮੁੱਕਣਾ ਹੈ। ਬਿਲਕੁਲ। ਕੋਈ ਲੜਾਈ ਵੀ ਹੁੰਦੀ ਨਾ, ਉਹ ਵੀ ਘਰ ਤੋਂ ਸ਼ੁਰੂ ਹੁੰਦੀ ਹੈ। ਥਾਣਿਆਂ ਦਰਬਾਰਿਆਂ 'ਚੋਂ ਘੁੰਮ ਕੇ ਘਰ 'ਚ ਮੁੱਕ ਜਾਂਦੀ ਆ ਕੇ। ਫੈਸਲਾ ਅਸੀਂ ਕਰਨਾ, ਇਹ ਕੂੜੇ ਦਾ ਫੈਸਲਾ ਵੀ ਅਸੀਂ ਕਰਨਾ। ਤੁਸੀਂ ਇੱਕ ਜਿਹਨੂੰ ਅੱਧਾ ਕਿਲੋ ਕੂੜਾ ਜਾਂ ਪਈਆ ਸਮਝਦੇ ਹੋ, ਸਾਡੇ ਲਈ ਟੰਨਾਂ ਦੇ ਬਰਾਬਰ ਹੈ। ਜੇ ਤੁਸੀਂ ਇੱਕ ਘਰ ਤੋੜਦੇ ਹੋ ਜਾਂ ਉਹਨੂੰ ਬਣਾਉਂਦੇ ਹੋ ਦੁਕਾਨ ਨੂੰ, ਉੱਥੇ ਦਾ ਜਿਹੜਾ 50-60 ਕਿਲੋ ਪੱਥਰ ਜਿਹੜਾ ਟੁੱਟ ਭੱਜ ਹੁੰਦੀ ਹੈ, ਸਾਡੇ ਲਈ ਉਹ ਬਹੁਤ ਵੱਡੀ ਚੀਜ਼ ਹੈ।
ਔਰ ਸਾਡੀ ਗੰਦਗੀ ਵੀ ਖਤਮ ਹੁੰਦੀ ਹੈ। ਸੋ ਮੇਰਾ ਇਸ 'ਤੇ ਇੱਕੋ ਹੀ ਬੇਨਤੀ ਸਮਝ ਲਓ, ਅਪੀਲ ਸਮਝ ਲਓ ਵੀ ਤੁਸੀਂ ਕਿਰਪਾ ਕਰਕੇ ਆਪਣਾ ਕੂੜਾ ਬਾਹਰ ਨਾ ਸੁੱਟੋ। ਇਹ ਲੋਕਾਂ ਦੇ ਹੀ ਸਹਿਯੋਗ ਨਾਲ ਚੱਲਣਾ ਹੈ। ਮੇਲਾ ਲੋਕਾਂ ਨਾਲ ਹੀ ਭਰਦਾ ਹੈ। ਬਿਲਕੁਲ। ਜੇ ਮੈਂ ਕੋਈ ਮੇਲਾ ਲਾਇਆ ਤੇ ਉਹ ਦੁਕਾਨਦਾਰ ਚਾਹੇ ਜਿੰਨੀਆਂ ਮਰਜ਼ੀ ਦੁਕਾਨਾਂ ਲਾ ਲੈਣ, ਜਿੰਨਾ ਚਿਰ ਲੋਕ ਮੇਲਾ ਦੇਖਣ ਨਹੀਂ ਆਉਣਗੇ ਤਾਂ ਮੇਲਾ ਨਹੀਂ ਚੱਲੂਗਾ। ਇਹ ਜਿੰਨਾ ਮਰਜ਼ੀ ਗੌਰਮੈਂਟ ਇੰਤਜ਼ਾਮ ਆਪਣੇ ਲੈਵਲ ਤੇ ਕਰਦਾ ਹੈ, ਬੇਲਿੰਗ ਮਸ਼ੀਨ ਆ ਗਈ, ਫਲਾਨੀ ਮਸ਼ੀਨ ਆ ਗਈ, ਉਹ ਆ ਗਿਆ, ਇਹ ਆ ਗਿਆ, ਪਰ ਉਹ ਚੀਜ਼ਾਂ ਤਦ ਹੀ ਪੋਸੀਬਲ ਹੈ ਜੇਕਰ ਇਹਨੂੰ ਇਸਤੇਮਾਲ ਕਰਨ ਵਾਲਾ ਉਹ ਗੱਲ ਮੰਨੇ। ਠੀਕ ਨਾ, ਇਹ ਸਾਡੀ ਭਲਾਈ ਲਈ ਹੈ। ਸੋ ਇਸ ਚੈਨਲ ਲਈ ਮੈਂ ਤੁਹਾਡਾ ਫਿਰ ਤੋਂ ਧੰਨਵਾਦ ਕਰਦਾ ਵੀ ਤੁਸੀਂ ਚਾਹੇ ਅਚਾਨਕ ਹੀ ਆਏ ਆ, ਪਰ ਸਾਡਾ ਫਾਇਦਾ ਹੋ ਗਿਆ, ਕਿਉਂਕਿ ਸ਼ਾਇਦ ਅਸੀਂ ਇਹ ਚੀਜ਼ਾਂ ਪਹਿਲਾਂ ਲੋਕਾਂ ਨੂੰ ਦੱਸ ਨਹੀਂ ਸਕੇ। ਠੀਕ ਹੈ ਨਾ, ਜਾਂ ਕਿਸ਼ਤਾਂ 'ਚ ਦੱਸਦੇ ਸੀਗੇ ਤਾਂ ਪਹਿਲੀ ਕਿਸ਼ਤ ਜਿਹੜੀ ਸੀ ਉਹ ਲੰਘ ਜਾਂਦੀ ਸੀ, ਦੂਜੀ ਕਿਸ਼ਤ ਜਿਹੜੀ ਅਗਲੀ ਐਪੀਸੋਡ ਸੀਗਾ ਉਹ ਲੋਕ ਭੁੱਲ ਜਾਂਦੇ ਆ। ਸੋ ਤੁਸੀਂ ਸਾਰਾ ਐਪੀਸੋਡ ਦੱਸਿਆ, ਸੋ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਚੈਨਲ ਦਾ। ਔਰ ਮੈਂ ਉਮੀਦ ਕਰਦਾ ਆਪਣੇ ਲੋਕਾਂ ਤੋਂ ਕਿ ਕਿਰਪਾ ਕਰਕੇ ਘਰਾਂ ਤੋਂ ਹੀ ਸਾਨੂੰ ਕੂੜਾ ਸੈਗਰੀਗੇਟਡ ਛਾਂਟਿਆ ਹੋਇਆ ਕੂੜਾ ਦਿਓ, ਇੱਕ 'ਚ ਗਿੱਲਾ ਇੱਕ 'ਚ ਸੁੱਕਾ। ਅਗਰ ਤੁਸੀਂ ਛਾਂਟ ਕੇ ਕੂੜਾ ਸਾਨੂੰ ਦੇ ਦਿਓਗੇ ਤਾਂ ਸਾਨੂੰ ਇਹ ਬਹੁਤ ਝਾਂਚ ਨਹੀਂ ਕਰਨੇ ਪੈਣਗੇ, ਸਾਨੂੰ ਲੰਬਾ ਤੋਰਾ ਕੰਮ ਨਹੀਂ ਕਰਨਾ ਪਏਗਾ, ਸਾਨੂੰ ਬੰਦੇ ਜ਼ਿਆਦਾ ਨਹੀਂ ਲਾਉਣੇ ਪੈਣਗੇ, ਨਹੀਂ ਤਾਂ ਸਾਨੂੰ ਪਹਿਲਾਂ ਤੁਹਾਡਾ ਕੂੜਾ ਛਾਂਟਣ ਦੇ ਟਾਈਮ ਲੱਗ ਜਾਂਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਕੋਆਪਰੇਸ਼ਨ ਵੀ ਕੀਤੀ ਹੈ, ਸਾਡੀ ਇਸ ਪੜਤਾਲ ਦੇ ਵਿੱਚ ਸਾਡਾ ਸਹਿਯੋਗ ਵੀ ਦਿੱਤਾ ਹੈ। ਸੋ ਅੰਤ ਵਿੱਚ ਮੈਂ ਸ਼ਹਿਰ ਵਾਸੀਆਂ ਨੂੰ ਇਹੀ ਗੱਲ ਕਹਿਣਾ ਚਾਹਾਂਗਾ ਕਿ ਅੱਜ ਬੇਸ਼ੱਕ ਅਸੀਂ ਬਿਨਾਂ ਦੱਸੇ ਇਹਨਾਂ ਕੋਲ ਅਸੀਂ ਅੱਜ ਇੱਥੇ ਛਾਪਾ ਮਾਰਿਆ, ਪਰ ਅਸੀਂ ਆਪਣੇ ਚੈਨਲ ਵੱਲੋਂ ਨਗਰ ਕੌਂਸਲ ਦਸੂਹਾ ਨੂੰ ਤਾਂ 100 ਚੋਂ 100 ਨੰਬਰ ਦਿੰਦੇ ਹਾਂ, ਕਿਉਂਕਿ ਇਹਨਾਂ ਵੱਲੋਂ ਉਪਰਾਲੇ ਕੀਤੇ ਗਏ ਨੇ। ਪਰ ਮੁੱਕਦੀ ਗੱਲ ਇਹ ਹੈ ਕਿ ਜਦ ਤੱਕ ਅਸੀਂ ਸਾਰੇ ਦਸੂਹਾ ਵਾਸੀ ਨਗਰ ਕੌਂਸਲ ਦਸੂਹਾ ਦਾ ਸਾਥ ਨਹੀਂ ਦਿੰਦੇ, ਘਰਾਂ ਤੋਂ ਕੂੜਾ ਸੈਪਰੇਟ ਕਰਕੇ ਨਹੀਂ ਦਿੰਦੇ, ਤਾਂ ਇਹ ਸਾਰਾ ਜੋ ਵੀ ਅਸੀਂ ਇਕਵਿਪਮੈਂਟ ਦੇਖੇ ਨੇ, ਜੋ ਵੀ ਇਹ ਸ਼ੈੱਡ ਦੇਖੀਆਂ ਨੇ, ਇਹਨਾਂ ਦਾ ਫਾਇਦਾ ਹੋਣ ਵਾਲਾ ਨਹੀਂ ਹੈ। ਸੋ ਦਸੂਹਾ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਘਰਾਂ ਵਿੱਚੋਂ ਜਿਹੜਾ ਕੂੜਾ ਉਹ ਵੱਖ-ਵੱਖ ਕਰਕੇ ਉਹ ਦਿੱਤਾ ਜਾਵੇ, ਤਾਂ ਜੋ ਨਗਰ ਕੌਂਸਲ ਦਸੂਹਾ ਖਰੀਦੇ ਹੋਏ ਇਸ ਸਮਾਨ ਨਾਲ ਬਣਾਈ ਹੋਈ ਸ਼ੈੱਡ ਦਾ ਸਦਉਪਯੋਗ ਕਰ ਸਕੇ, ਸਾਡਾ ਦਸੂਹਾ ਹੋਰ ਸੋਹਣਾ ਤੇ ਸਵੱਛ ਬਣ ਸਕੇ। ਸੋ ਇਸੇ ਆਸ ਦੇ ਨਾਲ ਗੁਰਪ੍ਰੀਤ ਜਲੋਟਾ, ਕੈਮਰਾ ਪਰਸਨ ਹਰਮਨ ਦੇ ਨਾਲ, ਸੁੱਚੀ ਗੱਲ ਵੈਬ ਟੀਵੀ, ਨਾ ਅੱਜ ਤੱਕ ਨਾ ਕੱਲ੍ਹ ਤੱਕ, ਸਾਡੀ ਪਹੁੰਚ ਗੱਲ ਤੱਕ।